ਦੋਸਤੋ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਭੌਂਤਰੀ ਨਿਊਜ਼ ਤੇ ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਅੱਜ ਫੇਰ ਇੱਕ ਚਲੰਤ ਮਸਲੇ ਦੇ ਨਾਲ। ਚਲੰਤ ਮਸਲਾ ਇਸ ਵੇਲੇ ਜੇ ਕਹਿ ਦਈਏ ਕਿਸਾਨ ਅੰਦੋਲਨ ਤੋਂ ਵੱਡਾ ਕੋਈ ਮਸਲਾ ਨਹੀਂ ਹੈ। ਕਿਸਾਨ ਅੰਦੋਲਨ ਦੇ ਵਿੱਚ 26 ਜਨਵਰੀ ਤੋਂ ਬਾਅਦ ਘਟੀਆਂ ਜਿਹੜੀਆਂ ਘਟਨਾਵਾਂ ਨੇਗੀਆਂ ਉਹਨਾਂ ਦੇ ਉੱਪਰ ਚਰਚਾ ਕਰਦੇ ਆਪਾਂ। ਕਿਸ ਮੋੜ ਦੇ ਉੱਪਰ ਇਸ ਵੇਲੇ ਉਦੋਂ ਬਾਅਦ ਕਈ ਉਤਰਾਅ ਚੜ੍ਹਾਅ ਆਏ ਨੇ, ਕਿਸ ਮੋੜ ਦੇ ਉੱਪਰ ਜਿਹੜਾ ਕਿਸਾਨ ਅੰਦੋਲਨ ਇਸ ਵੇਲੇ ਆ ਖੜ੍ਹਾ ਗਾ। ਸੋ ਇਹ ਸਾਰੀਆਂ ਚਰਚਾ ਕਰਨ ਦੇ ਲਈ ਸਾਡੇ ਨਾਲ ਇੱਕ ਵੱਡੇ ਕਿਸਾਨ ਆਗੂ ਜਿਹੜੇ ਕਿ ਕਿਸਾਨ ਖੇਤੀਬਾੜੀ ਕਿਸਾਨ ਫਰੰਟ ਦੇ ਪੰਜਾਬ ਦੇ ਆਗੂ ਨੇਗੇ, ਸੁਖਦੇਵ ਸਿੰਘ ਭੁਪਾਲ ਜੀ, ਉਹ ਹਾਜ਼ਰ ਹੋਏ ਨੇਗੇ। ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। ਕੀ ਸਮਝਦੇ ਹੋ ਜਿਹੜਾ 26 ਜਨਵਰੀ ਨੂੰ ਜਿਹੜਾ ਕੁਛ ਹੋਇਆ ਉਦੋਂ ਬਾਅਦ ਕਿਸਾਨ ਅੰਦੋਲਨ ਦਾ ਭਵਿੱਖ ਕੀ ਹੈ, ਔਰ ਆਹ ਜਿਹੜੇ 2-3 ਦਿਨਾਂ ਦਾ ਵਰਤਾਰਾ ਹੋਇਆ ਉਦੋਂ ਬਾਅਦ 26 ਜਨਵਰੀ ਤੋਂ ਬਾਅਦ 4-5 ਦਿਨਾਂ ਦਾ, ਇਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਦੇਖੋ, ਜਿਹੜਾ 26 ਜਨਵਰੀ ਨੂੰ ਵਰਤਾਰਾ ਹੋਇਆ ਜੀ, ਖਾਸ ਤੌਰ 'ਤੇ ਜਿਹੜੀਆਂ 2 ਮੇਨ ਘਟਨਾਵਾਂ ਵਾਪਰੀਆਂ ਜੀ। ਇੱਕ ITO ਦੇ ਨੇੜੇ ਵਾਪਰੀ ਜੀ, ਜਿਹਦੇ 'ਚ ਇੱਕ ਲੜਕੇ ਦੀ ਮੌਤ ਹੋ ਗਈ। ਹਾਂਜੀ, ਉਹਦਾ ਮਤਲਬ ਮੈਨੂੰ ਪਰਸਨਲੀ ਇਸ ਕਰਕੇ ਦੁੱਖ ਆ ਕਿ ਉਹ ਮੇਰੇ ਦੋਸਤ ਦਾ ਪੋਤਾ ਸੀ ਜੀ। ਹਾਂ, ਹਰਦੀਪ ਸਿੰਘ ਡੇਵਿਡਵਾ ਦਾ। ਕਿਉਂਕਿ ਹਰਦੀਪ ਸਿੰਘ ਡੇਵਿਡਵਾ ਮੇਰੇ ਮਿੱਤਰ ਵੀ ਨੇ ਔਰ ਅਸੀਂ ਕਈ ਪ੍ਰੋਗਰਾਮਾਂ ਦੇ ਵਿੱਚ ਇਕੱਠਿਆਂ ਨੇ ਕੰਮ ਵੀ ਕੀਤਾ ਜੀ। ਦੂਸਰੀ ਜਿਹੜੀ ਘਟਨਾ ਵਾਪਰੀ ਉਹ ਵਾਪਰੀ ਲਾਲ ਕਿਲ੍ਹੇ ਵਾਲੀ ਜੀ। ਮਤਲਬ ਜਿਹੜੀ ਲਾਲ ਕਿਲ੍ਹੇ ਵਾਲੀ ਘਟਨਾ, ਉਹਨੂੰ ਜਿਸ ਰੂਪ ਦੇ ਵਿੱਚ, ਮਤਲਬ ਇਹ 2 ਘਟਨਾਵਾਂ ਨੇ ਜੀ। ਬਾਕੀ ਸਾਰੀ ਦੀ ਸਾਰੀ ਜਿਹੜੀ ਟਰੈਕਟਰ ਰੈਲੀ ਸੀ ਉਹ ਬੜੀ ਹੀ ਸ਼ਾਂਤੀਪੂਰਵਕ ਰਹੀ, ਬੜੀ ਹੀ ਮਤਲਬ ਵਧੀਆ ਤਰੀਕੇ ਦੇ ਨਾਲ ਉਹ ਪੂਰ ਚੜੀ ਜੀ। ਜਾਣੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਕਾਰਪੋਰੇਟ ਮੀਡੀਆ ਨੇ ਕੀਤਾ ਕੀ ਆ, ਕਿਉਂਕਿ ਮੈਂ ਇਹਨੂੰ ਗੋਦੀ ਮੀਡੀਆ ਨਹੀਂ ਕਹਿੰਦਾ, ਮੈਂ ਉਹਨੂੰ ਕਾਰਪੋਰੇਟ ਮੀਡੀਆ ਕਹਿਣਾ ਜੀ। ਕਿ ਕਾਰਪੋਰੇਟ ਮੀਡੀਆ ਨੇ 98% ਜੋ ਕਿਸਾਨਾਂ ਦਾ ਜਿਹੜਾ ਟਰੈਕਟਰ ਮਾਰਚ ਸੀ, ਟਰੈਕਟਰ ਰੈਲੀ ਸੀ, ਉਹਨੂੰ ਤਾਂ ਇਗਨੋਰ ਕਰਤਾ ਜੀ। ਸਿਰਫ ਇਹ 2% ਵਾਲੀਆਂ ਘਟਨਾਵਾਂ ਨੂੰ ਹਾਈਲਾਈਟ ਕੀਤਾ। ਬਿਲਕੁਲ। ਔਰ ਉਹਦੇ 'ਚ ਇਹ ਆ ਵੀ ਜਿਹੜੀ ਲਾਲ ਕਿਲ੍ਹੇ ਵਾਲੀ ਘਟਨਾ ਜੀ, ਇਹਦੇ 'ਚ ਇੱਕ ਤਾਂ ਮੈਨੂੰ ਇਹ ਲੱਗਦਾ ਵੀ ਜਿਹੜਾ ਸਾਡਾ ਪ੍ਰਧਾਨ ਮੰਤਰੀ ਵੀ ਕਹਿ ਰਿਹਾ, ਬਹੁਤ ਸਾਰੇ ਲੀਡਰ ਵੀ ਕਹਿ ਰਹੇ ਨੇ, ਰਾਸ਼ਟਰਪਤੀ ਨੇ ਵੀ ਆਪਣੇ ਭਾਸ਼ਣ ਦੇ ਵਿੱਚ ਉਹਦਾ ਜ਼ਿਕਰ ਕੀਤਾ ਵੀ ਉੱਥੇ ਤਿਰੰਗੇ ਦਾ ਅਪਮਾਨ ਹੋਇਆ। ਪਹਿਲੀ ਗੱਲ ਤਾਂ ਉੱਥੇ ਤਿਰੰਗੇ ਦਾ ਕੋਈ ਅਪਮਾਨ ਮੇਰੇ ਮੁਤਾਬਕ ਨਹੀਂ ਹੋਇਆ, ਕਿਉਂਕਿ ਜਿੰਨੀਆਂ ਵੀ ਵੀਡੀਓਜ਼ ਆਈਆਂ ਨੇ ਉਹਦੀਆਂ ਜਾਂ ਜਿਨ੍ਹਾਂ ਲੋਕਾਂ ਨੇ ਵੀ ਉਹਨੂੰ ਦੇਖਿਆ, ਲਾਲ ਕਿਲ੍ਹੇ ਦੇ ਉੱਪਰ ਜਿੱਥੇ ਤਿਰੰਗਾ ਲੱਗਿਆ ਹੋਇਆ ਅੱਜ ਵੀ ਉੱਥੇ ਆ, ਉਦੋਂ ਵੀ ਉੱਥੇ ਸੀ, ਉਹ ਤੋਂ ਪਹਿਲਾਂ ਵੀ ਉੱਥੇ ਸੀ ਜੀ। ਮਤਲਬ ਜਿਹੜੀ ਪਾਈਪ ਖਾਲੀ ਪਈ ਸੀ ਜਿਹਦੇ ਤੇ 15 ਅਗਸਤ ਨੂੰ ਆਮ ਤੌਰ ਤੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦਾ, ਉਹ ਪਾਈਪ ਖਾਲੀ ਸੀ, ਉਹਦੇ ਤੇ ਕੋਈ ਝੰਡਾ ਨਹੀਂ ਸੀ। ਉਸ ਪਾਈਪ ਦੇ ਉੱਪਰ 2 ਨੌਜਵਾਨਾਂ ਨੇ 2 ਝੰਡੇ ਚੜਾਤੇ ਜੀ। ਇੱਕ ਮਤਲਬ ਸਿੱਖ ਪੰਥ ਦਾ ਝੰਡਾ, ਇੱਕ ਕਿਸੇ ਕਿਸਾਨ ਯੂਨੀਅਨ ਦਾ ਝੰਡਾ ਕਹਿ ਸਕਦੇ ਆਪਾਂ ਜੀ। ਉਹ 2 ਝੰਡੇ ਚੜਾਏ ਔਰ ਉਹਦੇ ਨਾਲ ਮਤਲਬ ਉਹ ਜਿਹੜਾ ਸਿੱਖ ਪੰਥ ਦਾ ਝੰਡਾ ਚੜਾਉਣ ਦੇ ਨਾਲ ਜਾਂ ਕਿਸਾਨ ਯੂਨੀਅਨ ਦਾ ਝੰਡੇ ਚੜਾਉਣ ਨਾਲ ਮੈਨੂੰ ਨਹੀਂ ਲੱਗਦਾ ਵੀ ਤਿਰੰਗੇ ਦਾ ਕੋਈ ਅਪਮਾਨ ਹੋਇਆ। ਇਹ ਸਿਰਫ ਲੋਕਾਂ ਦੀਆਂ ਭਾਵਨਾ ਨੂੰ ਐਕਸਪਲੈਟ ਕਰਨ ਲਈ ਹੀ ਪ੍ਰਚਾਰ ਕੀਤਾ ਜਾ ਰਿਹਾ ਕਿ ਉੱਥੇ ਤਿਰੰਗੇ ਦਾ ਅਪਮਾਨ ਹੋਇਆ। ਉਹਨਾਂ ਨੇ ਤਾਂ ਕੀਤਾ, ਮਤਲਬ ਉਹ ਤਾਂ ਮੰਨਦੇ ਆ ਤੁਹਾਡੀ ਗੱਲ ਵੀ ਕਾਰਪੋਰੇਟ ਮੀਡੀਆ ਹੀ ਕਹਿ ਦੇਣਾ, ਮੈਂ ਵੀ ਤੁਹਾਡੇ ਸ਼ਬਦਾਂ ਦੇ ਵਿੱਚ ਆ ਜਾਂਦਾ। ਕਾਰਪੋਰੇਟ ਮੀਡੀਆ ਕਹਿ ਲਓ, ਗੋਦੀ ਮੀਡੀਆ ਕਹਿ ਲਓ, ਜਾਂ ਸਰਕਾਰ ਨੇ, ਉਹ ਪੱਖ ਨੇ ਤਾਂ ਕੀਤਾ ਹੀ ਕੀਤਾ। ਪਰ ਇਹ ਪ੍ਰਚਾਰ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਵੀ ਕੀਤਾ ਨਾ। ਜਿਹੜੇ ਮਤਲਬ ਜੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰਦੇ ਹਾਂ, ਉਹਦੀ ਸਟੇਜ ਤੋਂ ਵੀ ਸਾਰੇ ਦਾ ਸਾਰਾ ਕਸੂਰਵਾਰ ਜਿਹੜੀ ਤੁਸੀਂ ਗੱਲ ਕਰਦੇ ਹੋ, ਕੋਈ ਡਿਫੈਂਸਿਵ ਹੋਣ ਦੀ ਬਜਾਏ ਸਾਰਾ ਕੁਝ ਕਸੂਰਵਾਰ ਆਪਣੇ ਬੰਦਿਆਂ ਦੀ ਕਿਉਂ ਕੱਢਤਾ? ਇਹ ਵੀ ਤਾਂ ਵੱਡੀ ਗੱਲ ਨਹੀਂ ਹੈ। ਉਹਨਾਂ ਨੂੰ ਇੱਕ ਹੋਰ ਮਤਲਬ ਬੂਸਟ ਕਰਤਾ ਉਸ ਗੱਲ ਨੂੰ। ਨਹੀਂ, ਉਹਦੇ 'ਚ ਕੀ ਆ ਨਾ ਕਿ ਜਿਹੜੀ ਮਤਲਬ ਸਾਡੇ ਕਿਸਾਨ ਮੋਰਚੇ ਦੀ ਲੀਡਰਸ਼ਿਪ ਆ, ਹਾਂਜੀ, ਉਹਦੇ 'ਤੇ ਇੱਕ ਲਗਾਤਾਰ ਇਹ ਪ੍ਰੈਸ਼ਰ ਆ ਕਿ ਕਿਤੇ ਸਾਨੂੰ ਕੋਈ ਮਤਲਬ ਐਂਟੀ ਨੈਸ਼ਨਲ ਨਾ ਪੇਸ਼ ਕਰਦੇ ਜੀ। ਔਰ ਉਹਦੇ 'ਚੋਂ ਕਈ ਵਾਰ ਜਦੋਂ ਕੋਈ ਐਸੀ ਘਟਨਾ ਵਾਪਰਦੀ ਅਸੀਂ ਡਿਫੈਂਸਿਵ ਹੋ ਜਾਂਦੇ ਹਾਂ ਜੀ। ਔਰ ਇਸ ਮਸਲੇ 'ਤੇ ਵੀ ਅਸੀਂ ਡਿਫੈਂਸਿਵ ਹੋਏ ਜੀ। ਔਰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਪਰੋਂ ਮਤਲਬ ਜਿਹੜਾ ਕੁਛ ਕਿਸਾਨ ਜਥੇਬੰਦੀਆਂ ਦੇ 2 ਲੀਡਰਾਂ ਦਾ ਨਾਂ ਲੈ ਕੇ ਕਿਹਾ ਗਿਆ ਕਿ ਉਹਨਾਂ ਨੂੰ ਪਿੰਨ ਪੁਆਇੰਟ ਕੀਤਾ ਗਿਆ। ਮਤਲਬ ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ ਜੀ, ਕਿਉਂਕਿ ਸਾਨੂੰ ਇਹ ਲੱਗਦਾ ਵੀ ਯਾਰ ਜਿਹੜੀ ਉਹ ਚੀਜ਼ ਸੀ ਉਹ ਕਰਾਈ ਤਾਂ ਸਰਕਾਰ ਨੇ, ਸਰਕਾਰ ਦੀਆਂ ਏਜੰਸੀਆਂ ਨੇ ਕਰਾਈ। ਅਸੀਂ ਸਾਡੇ ਮੋਰਚੇ ਦੌਰਾਨ ਭਾਵੇਂ ਕੋਈ ਡਿਫਰੈਂਸ ਰੱਖਣ ਵਾਲੇ ਲੋਕ ਨੇ, ਉਹਨਾਂ ਨੂੰ ਅਸੀਂ ਐਲੀਗੇਟ ਕਿਉਂ ਕਰੀਏ? ਔਰ ਉਹਨਾਂ ਨੂੰ ਜਦੋਂ ਅਸੀਂ ਐਲੀਗੇਟ ਕਰਦੇ ਹਾਂ ਤਾਂ ਸਰਕਾਰ ਨੂੰ ਮੌਕਾ ਮਿਲਦਾ। ਇਹਦਾ ਮਤਲਬ ਜੇ ਉਹਨਾਂ ਲੋਕਾਂ ਨੇ ਕਰਾਇਆ ਫਿਰ ਸਰਕਾਰ ਬਰੀ ਹੁੰਦੀ ਆ ਜੀ। ਅਸੀਂ ਮਤਲਬ ਕਿਉਂ ਕਹਿੰਦੇ ਹਾਂ ਕਿ ਉਹਨਾਂ ਨੂੰ ਐਲੀਗੇਟ ਨਾ ਕੀਤਾ ਜਾਵੇ ਕਿਸਾਨ ਸੰਘਰਸ਼ ਕਮੇਟੀ ਵਾਲਿਆਂ ਨੂੰ? ਉਹਦੀ ਵਜ੍ਹਾ ਮਤਲਬ ਸਾਡਾ ਲੌਜਿਕ ਇਹ ਆ ਉਹਦੇ 'ਚ ਕਿ ਜੇ ਤੁਸੀਂ ਉਹਨਾਂ ਨੂੰ ਐਲੀਗੇਟ ਕਰੋਗੇ ਤਾਂ ਮਤਲਬ ਸਰਕਾਰ ਨੂੰ ਬਰੀ ਕਰੋਗੇ। ਇਸ ਕਰਕੇ ਸਾਨੂੰ ਸਰਕਾਰ ਜਿਹੜੀ ਗੱਲ ਸਰਕਾਰ ਨੇ ਕਰਾਈ ਆ ਉਹਦੇ ਉੱਤੇ ਹੀ
ਮਤਲਬ ਜਿਹੜਾ ਆਪਣਾ ਧਿਆਨ ਆ ਉਹ ਕੇਂਦਰਿਤ ਰੱਖਣਾ ਚਾਹੀਦਾ। ਜ਼ਿਆਦਾ ਸੇ ਜ਼ਿਆਦਾ ਅਸੀਂ ਕਿਸੇ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਕਰ ਸਕਦੇ ਹਾਂ ਕਿ ਕੋਈ ਸੁਪਰੀਮ ਕੋਰਟ ਦਾ ਰਿਟਾਇਰ ਮਤਲਬ ਜੱਜ ਜਾਂ ਉਹਦੇ ਨਾਲ ਕੋਈ 2 ਜਾਂ 3 ਮਤਲਬ ਵੱਖ-ਵੱਖ ਕੋਈ ਮਤਲਬ ਇੰਪੋਰਟੈਂਟ ਕੋਈ ਜਿਹੜੀਆਂ ਹਾਈ ਕੋਰਟਸ ਦੇ ਨੇ ਉਹਨਾਂ ਦੇ ਰਿਟਾਇਰ ਜੱਜਾਂ ਦਾ ਇੱਕ ਪੈਨਲ ਬਣਾਓ ਔਰ ਉਹ ਪੈਨਲ ਬਣਾ ਕੇ ਪੂਰੀ ਚੀਜ਼ ਦੀ ਇਨਕੁਆਇਰੀ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਕਿ ਅਗਰ ਉਹ ਲੋਕ ਵੀ ਹੋਏ ਤਾਂ ਸਾਹਮਣੇ ਤਾਂ ਆਉਣ ਨਾ ਕਰਵਾਇਆ ਕਿਸ ਨੇ। ਜੀ ਇਸ ਕਰਕੇ ਮੈਨੂੰ ਇਹ ਲੱਗਦਾ ਗੱਲ ਵੀ ਇਹ ਚੀਜ਼ ਆ ਜਿਹੜੀ ਉਹਨੇ ਸਾਨੂੰ ਮਤਲਬ ਸਾਡਾ ਜਿਹੜੀ ਉਹ ਡਿਫੈਂਸਿਵ ਪਾਲਿਸੀ ਸੀ ਸਾਨੂੰ ਉਹਦੇ 'ਚ ਸਿੱਟਤਾ ਔਰ ਜਿਹਦਾ ਨੁਕਸਾਨ ਇਹ ਹੋਇਆ ਕਿ ਮਤਲਬ ਨੈਕਸਟ ਡੇ ਆ ਜਿਹੜਾ ਉਹ ਸਾਡੇ 'ਤੇ ਮਤਲਬ ਇਹਨਾਂ ਨੇ ਪਹਾੜੇ ਦੇ ਬੰਦਿਆਂ ਤੋਂ ਅਟੈਕ ਕਰਾਉਣੇ ਸ਼ੁਰੂ ਕੀਤੇ। ਗੱਲ ਤਾਂ ਇੱਥੇ ਆ ਕੇ ਜਿਹੜੀ ਇਹ ਪੇਚ ਤਾਂ ਇੱਥੇ ਆ ਕੇ ਫਸਦਾ ਨਾ, ਜਿਹਨੂੰ ਮਤਲਬ ਸਾਡੇ ਕਿਸਾਨ ਆਗੂ ਕਹੀ ਗਏ ਵੀ ਇਹ ਤਾਂ ਗਦਾਰ ਨੇ, ਇਹ ਤਾਂ ਜੀ ਉਹਨਾਂ ਨਾਲ ਮਿਲੇ ਹੋਏ ਨੇਗੇ, ਇਹ ਤਾਂ BJP ਨਾਲ ਮਿਲੇ ਹੋਏ ਆ, ਉਹਨਾਂ ਦੇ ਉੱਪਰ ਹੀ ਹਮਲਾ ਹੁੰਦਾ ਅਤੇ ਜਦੋਂ ਉਹਨਾਂ 'ਤੇ ਹਮਲਾ ਹੁੰਦਾ ਤਾਂ ਸਾਡੀਆਂ ਕਿਸਾਨ ਜਥੇਬੰਦੀਆਂ ਪਾਸਾ ਵੱਟ ਲੈਂਦੀਆਂ ਨੇ। ਨਹੀਂ ਉਹਦੇ 'ਚ ਤਾਂ ਇਹ ਹੈ ਨਾ ਵੀ ਜਦੋਂ ਅਸੀਂ ਇਹੋ ਜਿਹਾ ਕੁਛ ਕਰਦੇ ਹਾਂ ਤਾਂ ਇਹਦਾ ਕਿਸਾਨ ਘੋਲ ਨੂੰ ਮਤਲਬ ਨੁਕਸਾਨ ਤਾਂ ਹੋਇਆ ਔਰ ਜੇ ਉਹਨਾਂ ਨੇ ਕਿਸਾਨ ਸੰਘਰਸ਼ ਕਮੇਟੀ ਦੀ ਸਟੇਜ ਦੇ ਉੱਪਰ ਹਮਲਾ ਕੀਤਾ ਪਹਾੜੇ ਦੇ ਬੰਦਿਆਂ ਨੇ ਔਰ ਪੁਲਿਸ ਨੇ ਬਕਾਇਦਾ ਆਪਦੀ ਹਾਜ਼ਰੀ 'ਚ ਕਰਾਇਆ, ਉਹਦਾ ਨੁਕਸਾਨ ਹੋਇਆ ਕਿਸਾਨ ਮੂਵਮੈਂਟ ਨੂੰ। ਔਰ ਅੱਜ ਜਿਹੜਾ ਕਿਸਾਨ ਮੋਰਚੇ ਦੇ ਲੋਕ ਨੇ ਉਹਨਾਂ ਨੂੰ ਵੀ ਕਹਿਣਾ ਪੈ ਰਿਹਾ ਵੀ ਨਹੀਂ ਭਾਵੇਂ ਉਹ 2 ਲੀਡਰ ਐਸੇ ਨੇ ਪਰ ਜਿਹੜੀ ਦੂਸਰੀ ਪਬਲਿਕ ਆ ਉਹ ਸਾਡੀ ਲੋਕ ਤਾਂ ਸੱਦੇ ਹੋ ਗਏ ਨਾ ਲੋਕ ਤਾਂ ਹਾਂਜੀ ਨਹੀਂ ਵੀ ਉਹ ਗੱਲ ਤਾਂ ਅੱਜ ਕਿਸਾਨ ਮਤਲਬ ਲੀਡਰਸ਼ਿਪ ਵੀ ਜਾਂ ਕਿਸਾਨ ਮੋਰਚੇ ਦੇ ਲੀਡਰ ਵੀ ਤਾਂ ਕਹੀ ਰਹੇ ਨੇ ਕਿ ਉਹ ਜਿਹੜੀ ਲੀਡਰ ਆ ਉਹ ਜਿਹੜੇ ਆਮ ਲੋਕ ਨੇ ਉਹ ਸਾਡੇ ਨੇ ਪਰ ਉਹ ਕਹਿਣ ਦੇ ਨਾਲ ਜਿਹੜਾ ਉਹ ਅਟੈਕ ਹੋਇਆ ਜਾਂ ਫਿਰ 90 ਬੰਦਿਆਂ ਤੇ ਇੱਕ ਕੇਸ ਬਣਿਆ ਉਹਦੇ 'ਚ ਅਸੀਂ ਨੁਕਸਾਨ ਖਾਧਾ ਜਿਹਦੇ ਨਾਲ ਮਤਲਬ ਓਵਰਆਲ ਕਿਸਾਨ ਮੋਰਚੇ ਦਾ ਨੁਕਸਾਨ ਹੋਇਆ। ਮੈਨੂੰ ਇਸ ਰੂਪ ਦੇ ਵਿੱਚ ਹੀ ਨਜ਼ਰ ਆ ਰਿਹਾ। ਨਹੀਂ ਇਹ ਤੁਹਾਡੀ ਗੱਲ ਬਿਲਕੁਲ ਆ ਵੀ ਜਿਹੜੇ ਤੁਸੀਂ ਗੱਲ ਕਰਦੇ ਹੋ ਜਿਹੜੇ ਕਿਸਾਨ ਆਗੂਆਂ ਦੇ ਆ ਸਟੇਜਾਂ ਦੇ ਉੱਪਰ ਕਿਹਾ ਗਿਆ ਵੀ ਸਾਡੇ ਜਿਹੜੇ ਟਰੈਕਟਰ ਆ ਲਾਲ ਕਿਲ੍ਹੇ 'ਤੇ ਨੱਚਣਗੇ, ਮੋਦੀ ਦੀ ਹਿੱਕ 'ਤੇ ਟਰੈਕਟਰ ਚੜ੍ਹਨਗੇ, ਅਸੀਂ ਪਾਰਲੀਮੈਂਟ ਘੇਰ ਲਾਂਗੇ, ਅਸੀਂ ਐਤਕੀ ਝੰਡਾ ਅਸੀਂ ਚੜ੍ਹਾਵਾਂਗੇ, ਹੁਣ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਚੜ੍ਹਾਉਣਗੇ, ਮਗਰੋਂ ਮਤਲਬ ਉਹੀ ਲੋਕ ਆ ਜਿਹੜੇ ਉੱਥੇ ਚਲੇ ਗਏ ਲੋਕ ਉਹਨਾਂ ਨੂੰ ਗਦਾਰ ਕਹੀ ਜਾਂਦੇ ਨੇ। ਹੁਣ ਉੱਥੇ ਜਾਣ ਵਾਲੇ ਹੋ ਸਕਦਾ ਇੱਕ ਕੋਈ ਆਗੂ ਦੀ ਕਿਸੇ ਦੀ ਕਿਤੇ ਮਿਲੀ ਭੁਗਤ ਹੋ ਸਕਦੀ ਹੈ, ਜਿਵੇਂ ਦੀਪ ਸਿੱਧੂ ਦਾ ਨਾਂ ਆਉਂਦਾ ਜਾਂ ਕੁਛ ਹੋਰ ਹੋ ਸਕਦਾ, ਕੋਈ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਆਪਾਂ ਬਰੀ ਨਹੀਂ ਕਰਦੇ ਇੱਥੇ ਵੀ ਹੋ ਸਕਦਾ ਕੁਛ, ਪਰ ਲੋਕ ਜਿਹੜੇ ਅਨਭੋਲ ਨੇ ਉਹਨਾਂ ਨੂੰ ਕੀ ਪਤਾ ਗਾ। ਉਹ ਤਾਂ ਮਤਲਬ ਇਹਨਾਂ ਦੇ ਜਿਹੜੇ ਦਿੱਤੇ ਹੋਏ ਸੱਦੇ ਸੀ ਜਾਂ ਉਸੇ ਤਰ੍ਹਾਂ ਹੀ ਪਹਿਲਾਂ ਇਹ ਵੀ ਕਿਹਾ ਗਿਆ ਰਿੰਗ ਰੋਡ ਦੀ ਗੱਲ ਵੀ ਪਹਿਲਾਂ ਸੰਯੁਕਤ ਮੋਰਚੇ ਵੱਲੋਂ ਹੀ ਆਈ ਵੀ ਕਰਾਂਗੇ ਅਤੇ ਬਾਅਦ ਦੇ ਵਿੱਚ ਮਤਲਬ ਉਹ ਜਿਸ ਤਰ੍ਹਾਂ ਹੁਣ ਇਹ ਵੀ ਪਤਾ ਲੱਗਿਆ ਵੀ ਜਿਹੜਾ ਰੋਡ ਉਹ ਪੁਲਿਸ ਨੇ ਚੁਣ ਕੇ ਦਿੱਤਾ ਸੀ ਉਹਦੇ 'ਤੇ ਇੱਦੋਂ ਵੀ ਵੱਧ ਨੁਕਸਾਨ ਹੋ ਸਕਦਾ ਸੀ ਜੇ ਉੱਧਰ ਚਲੇ ਜਾਂਦੇ। ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇਗੀਆਂ ਅਤੇ ਵੀਰੇ ਇਹ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਨਹੀਂ ਹੈਗੀ। ਜੇ ਜ਼ਿੰਮੇਵਾਰੀ ਤੋਂ ਮਤਲਬ ਇਸ ਵੇਲੇ ਜੇ ਗੱਲ ਹੈ ਜਿਹੜੀ ਅਸਲ ਦੇ ਵਿੱਚ ਕਿਸਾਨ ਆਗੂਆਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸਾਰੇ ਕਾਸੇ ਦੀ, ਉੱਥੇ ਚੰਗਾ ਮਾੜਾ ਹੁੰਦਾ ਜਿਹੜਾ ਵੀ ਕੁਛ ਹੋਇਆ ਉਹਦੀ ਉਹ ਜ਼ਿੰਮੇਵਾਰੀ ਤਾਂ ਕਿਸਾਨ ਆਗੂਆਂ ਦੀ, ਕਿਉਂਕਿ ਸੱਦੇ 'ਤੇ ਤਾਂ ਕਿਸਾਨ ਅੱਜ ਵੀ ਜਿੰਨੇ ਹੁਣ ਮੁੰਡੇ ਉੱਥੇ ਫੜੇ ਗਏ ਨੇ ਜਾਂ ਕਿਸੇ ਦੇ ਸੱਟਾਂ ਫੇਟਾਂ ਵੱਜੀਆਂ ਨੇ, ਕੱਲ੍ਹ ਮਤਲਬ ਉਹਨਾਂ ਨੇ 2 ਬੰਦੇ ਬੁਰੀ ਤਰ੍ਹਾਂ ਕੁੱਟ ਕੇ ਲੈ ਗਏ ਉੱਥੋਂ ਜਿਹੜਾ ਹੈਗਾ ਇਹਨਾਂ ਵਾਲੀ ਸਟੇਜ ਤੋਂ, ਪੰਨੂ ਹੋਣ ਵਾਲੀ ਤੋਂ, ਪੰਧੇਰ ਹੋਣ ਵਾਲੀ ਤੋਂ। ਸੋ ਉਹਨੂੰ ਕਿਵੇਂ ਸਮਝਦੇ ਫਿਰ ਕਿਸਾਨ ਆਗੂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਪਿਛਾਂਹ ਹਟ ਗਏ ਇਹਦੇ 'ਤੇ? ਨਹੀਂ ਉਹਦੇ 'ਚ ਤਾਂ ਦੇਖੋ ਕਿ ਇਹ ਗੱਲ ਪਹਿਲਾਂ ਕਲੀਅਰ ਹੋਣੀ ਚਾਹੀਦੀ ਸੀ। ਇਹ ਗੱਲ ਮਤਲਬ ਜੋ ਦੇਖੋ ਸੰਯੁਕਤ ਕਿਸਾਨ ਮੋਰਚਾ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਕਿ ਸਾਡੀ ਸਟਰਗਲ ਪੀਸਫੁਲ ਰਹੂਗੀ, ਪਰ ਠੀਕ ਆ ਕੁਛ ਜਿਹੜੇ ਗੀਤ ਨੇ ਉਹਦੇ 'ਚ ਇਹ ਆ ਵੀ ਅਸੀਂ ਦਿੱਲੀ ਦੀ ਹਿੱਕ 'ਤੇ ਜੇ ਕਰਾਂਗੇ ਉਹ ਕਰਾਂਗੇ, ਕਿਉਂਕਿ ਦਿੱਲੀ ਆ ਜਿਹੜਾ ਮਤਲਬ ਦਿੱਲੀ ਬਾਰੇ 'ਚ ਜਦੋਂ ਕੋਈ ਪੁਆਇੰਟ ਆਉਂਦਾ ਤਾਂ ਦਿੱਲੀ ਦਾ ਮਤਲਬ ਦਿੱਲੀ ਸ਼ਹਿਰ ਨਹੀਂ ਹੈਗਾ, ਦਿੱਲੀ ਦਾ ਮਤਲਬ ਹੈ ਦਿੱਲੀ ਦੀ ਸੱਤਾ ਦੀ ਗੱਲ ਆ। ਦਿੱਲੀ ਦੀ ਸੱਤਾ ਦਾ ਮਤਲਬ ਹੈ ਸੈਂਟਰ ਸਰਕਾਰ। ਮਤਲਬ ਕੋਈ ਦਿੱਲੀ ਵਾਲੇ ਲੋਕਾਂ ਨਾਲ ਜਾਂ ਦਿੱਲੀ ਸਿਟੀ ਦੇ ਲੋਕਾਂ ਨਾਲ ਦਾ ਦਿੱਲੀ ਸਿਟੀ ਨਾਲ ਕੋਈ ਲੜਾਈ ਨਹੀਂ ਹੈਗੀ, ਕਿਉਂਕਿ ਵੱਖ-ਵੱਖ ਸਮੇਂ 'ਚ ਮਤਲਬ ਜਿੰਨੀਆਂ ਵੀ ਹਿਸਟਰੀ ਦੇ ਵਿੱਚ ਵੀ ਲੜਾਈਆਂ ਹੋਈਆਂ ਉਹਦੇ 'ਚੋਂ ਬਹੁਤੇ ਸਮੇਂ ਉਹ ਰਹੇ ਜਦੋਂ ਰਾਜਧਾਨੀ ਦਿੱਲੀ ਹੀ ਰਹੀ, ਜਿਹਦੇ ਕਰਕੇ ਦਿੱਲੀ ਇੱਕ ਸੱਤਾ ਦੇ ਪ੍ਰਤੀਕ ਦੇ ਤੌਰ 'ਤੇ ਉੱਭਰਦੀ ਆ। ਔਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਦਿੱਲੀ ਦੇ ਮਤਲਬ ਹਿੱਕ 'ਤੇ ਚੜ੍ਹਨ ਦਾ ਮਤਲਬ ਆ ਸ਼ਾਇਦ ਦਿੱਲੀ ਸ਼ਹਿਰ ਵਾਲਿਆਂ ਨੂੰ ਤੰਗ ਕਰਨਾ, ਜਾਂ ਜਿਵੇਂ ਸ਼ੁਰੂ ਦੇ ਵਿੱਚ ਇਹ ਵੀ ਗੱਲ ਆਈ ਸੀ ਵੀ ਸਾਰੇ ਨਾਕੇ ਬੰਦ ਕਰ ਦਿਓ, ਦਿੱਲੀ ਦਾ ਨੱਕ 'ਚ ਦਮ ਕਰ ਦਿਓ। ਉਹਦਾ ਮਤਲਬ ਵੀ ਕੁਛ ਲੋਕ ਇਹੀ ਸਮਝਦੇ ਸੀ ਵੀ ਸ਼ਾਇਦ ਇਹ ਦਿੱਲੀ ਦਾ ਮਤਲਬ ਰਾਸ਼ਨ ਪਾਣੀ ਬੰਦ ਕਰਨਾ ਚਾਹੁੰਦੇ ਨੇ, ਜਿਹੜਾ ਕਿ ਹਕੀਕਤ ਦੇ ਵਿੱਚ ਐਸਾ ਕੁਛ ਨਹੀਂ ਹੋਇਆ। ਇਸ ਕਰਕੇ ਜਿਹੜੀਆਂ ਇਹ ਗੱਲਾਂ ਨੇ ਨਾ ਉਹ ਮਤਲਬ ਇੱਕ ਸੱਤਾ ਨੂੰ ਰਿਪਰੈਜ਼ੈਂਟ ਕਰਨ ਵਾਲੀਆਂ ਗੱਲਾਂ ਨੇ ਕਿ ਦਿੱਲੀ ਇੱਕ ਸੱਤਾ ਜਿਹਦੇ ਨਾਲ ਸਾਡਾ ਮਤਲਬ ਟਕਰਾਅ ਹੋ ਗਿਆ, ਔਰ ਉਹ ਦਿੱਲੀ ਹੀ ਹੈ ਜਿਹੜੀ ਸਾਡੀ ਮਤਲਬ ਜਿਹੜੀ ਇਹ ਕਾਨੂੰਨਾਂ ਨੂੰ ਲੈ ਕੇ ਆਈ ਆ, ਔਰ ਉਹੀ ਕਾਨੂੰਨ ਸਾਡੀ ਖੇਤੀ ਦੇ ਉੱਤੇ ਅਟੈਕ ਕਰ ਰਹੇ ਨੇ। ਇਸ ਕਰਕੇ ਦਿੱਲੀ ਦਾ ਜੋ ਮੰਤਵ ਸੀਗਾ, ਦਿੱਲੀ ਦਾ ਪ੍ਰਤੀਕ ਜੋ ਬਣਿਆ, ਦਿੱਲੀ ਜੋ ਜਿਸ ਚੀਜ਼ ਦਾ ਪ੍ਰਤੀਕ ਬਣੀ ਉਹ ਸੱਤਾ ਦਾ ਪ੍ਰਤੀਕ ਹੀ ਰਹੀ।
ਇਸ ਕਰਕੇ ਮਤਲਬ ਚਲੋ ਠੀਕ ਹੈ ਕਿ ਕੁਝ ਗੀਤਾਂ ਦੇ ਵਿੱਚ ਵੀ ਉਹਨੂੰ ਦਿੱਲੀ ਨੂੰ ਪ੍ਰਤੀਕ ਦੇ ਤੌਰ ਤੇ ਲਿਆ ਗਿਆ, ਪਰ ਉਹਦਾ ਮਤਲਬ ਜਿਹੜਾ ਕਿਸਾਨ ਯੂਨੀਅਨ ਸੀਗੀ ਇਹਦਾ ਕੋਈ ਇਹ ਪ੍ਰੋਗਰਾਮ ਹੀ ਨਹੀਂ ਸੀ ਕਿ ਸੰਯੁਕਤ ਕਿਸਾਨ ਮੋਰਚੇ ਦਾ ਜਾਂ ਇਹਦੇ ਨਾਲ ਅਲਾਈਡ ਜਿਹੜੀਆਂ ਜਥੇਬੰਦੀਆਂ ਨੇ ਕਿ ਸਾਡਾ ਕੰਮ ਆ ਜਿਹੜਾ ਕੋਈ ਝੰਡਾ ਚੜਾਉਣਾ ਲਾਲ ਕਿਲੇ ਤੇ, ਕਿਉਂਕਿ ਜੇ ਇਹ ਕੰਮ ਹੁੰਦਾ ਫਿਰ ਲਾਲ ਕਿਲੇ ਤੇ ਝੰਡਾ ਤਾਂ ਚੜ ਗਿਆ, ਫਿਰ ਵਾਪਸ ਆ ਜਾਣਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਮੰਤਵ ਇਹ ਸੀ। ਕਿਉਂਕਿ ਜਿਹੜੇ ਲੋਕ ਗਏ ਨੇ, ਪੰਜਾਬ ਦੇ ਲੋਕ ਗਏ, ਹਰਿਆਣੇ ਦੇ ਲੋਕ ਗਏ, ਜਾਂ ਪੂਰੇ ਇੰਡੀਆ ਦੇ ਜਿਹੜੇ ਫਾਰਮਰ ਉੱਥੇ ਬੈਠੇ ਨੇ ਜਾਂ ਫਾਰਮਰਾਂ ਦੇ ਜੋ ਹਮੈਤੀ ਉੱਥੇ ਬੈਠੇ ਨੇ, ਉਹ ਕੋਈ ਲਾਲ ਕਿਲੇ ਤੇ ਝੰਡਾ ਚੜਾਉਣਾ ਉਹਨਾਂ ਦਾ ਕੋਈ ਮੰਤਵ ਨਹੀਂ ਸੀ। ਉਹਨਾਂ ਦਾ ਮੰਤਵ ਸੀ ਕਿ ਜਿਹੜੇ 3 ਕਾਲੇ ਕਾਨੂੰਨ ਬਣਾਏ ਗਏ ਇਹ ਕਿਵੇਂ ਵਾਪਸ ਹੋਣ, ਔਰ ਉਹਨਾਂ ਦੇ ਨਾਲ ਜਿਹੜਾ MSP ਦੀ ਖਰੀਦ ਦੀ ਗਰੰਟੀ ਦਾ, ਸਾਰੀਆਂ ਫਸਲਾਂ ਦੀ MSP ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇ ਤਾਂ ਕਿ ਬਾਜ਼ਾਰਵਾਦ ਤੋਂ ਕੁਛ ਨਾ ਕੁਛ ਜਿਹੜੀ ਹੈਗੀ ਆ ਉਹ ਖੇਤੀ ਨੂੰ ਸੁਰੱਖਿਆ ਮਿਲ ਜੇ। ਮੰਤਵ ਇਹ ਸੀ। ਔਰ ਇਹ ਚੀਜ਼ ਆ ਜਿਹੜੀ ਮਤਲਬ ਜਿਹੜਾ ਇਹ ਤਾਂ ਗੌਰਮੈਂਟ ਦੀ ਇੱਕ ਸਾਜ਼ਿਸ਼ ਸੀ ਜਿਹਨੂੰ ਮਤਲਬ ਡਿਫੈਂਸਿਵ ਤਰੀਕੇ ਨਾਲ ਜਿਹੜਾ ਲਿਆ ਗਿਆ, ਉਹਦੀ ਬਜਾਏ ਇਹਦੇ ਤੇ ਸਾਨੂੰ ਕਹਿਣਾ ਚਾਹੀਦਾ ਸੀ। ਗੱਲ ਮੈਂ ਅੱਜ ਵੀ ਕਹਿਣਾ ਕਿ ਕੋਈ ਇਹ ਪੇਸ਼ ਤਾਂ ਕਰੇ ਨਾ ਕਿ ਤਿਰੰਗੇ ਦੀ ਬੇਇੱਜ਼ਤੀ ਕਿਵੇਂ। ਮੀਡੀਆ ਜਾਂ ਜਿਹੜਾ ਕੁਝ ਪ੍ਰਚਾਰ ਹੋ ਰਿਹਾ ਉਹਨੂੰ ਕਿਸੇ ਨੇ ਚੈਲੰਜ ਹੀ ਨਹੀਂ ਕੀਤਾ ਵੀ ਦਿਖਾਓ ਤਾਂ ਸਹੀ ਕਿੱਥੇ ਹੋਇਆ। ਬਿਲਕੁਲ ਕਰਨਾ ਚਾਹੀਦਾ ਸੀ ਵੀ ਕੋਈ ਜਿਹੜਾ ਲਾਲ ਕਿਲੇ ਤੇ ਜਿੱਥੇ ਤਿਰੰਗਾ ਚੱਲਦਾ ਉਹ ਪਹਿਲਾਂ ਵੀ ਚੱਲ ਰਿਹਾ ਸੀ, ਮੈਂ ਪਹਿਲਾਂ ਕਿਹਾ ਸੀ, ਹੁਣ ਵੀ ਚੱਲ ਰਿਹਾ, ਉਹਦੀ ਬੇਇੱਜ਼ਤੀ ਕਿਵੇਂ ਹੋਈ। ਔਰ ਦੂਸਰੀ ਗੱਲ ਮੈਂ ਇਹਦੇ 'ਚ ਤੁਹਾਨੂੰ ਇਹ ਨੋਟ ਕਰਾਉਣਾ ਚਾਹੁੰਦਾ ਕਿ ਜਿਹੜਾ ਮਤਲਬ 26 ਜਨਵਰੀ ਦਾ ਅਫੀਸ਼ੀਅਲ ਪ੍ਰੋਗਰਾਮ ਸੀ, ਸਰਕਾਰੀ ਪ੍ਰੋਗਰਾਮ ਸੀ, ਉਹਦੇ 'ਚ ਜਿਹੜੀ ਪੰਜਾਬ ਦੀ ਝਾਕੀ ਆ ਉਹਦੇ 'ਚ ਇਹਨਾਂ ਨੇ ਹਰਮੰਦਰ ਸਾਹਿਬ ਦਾ ਮਾਡਲ ਲੈ ਕੇ ਗਏ ਨੇ। ਇਹੀ ਝੰਡਾ ਜਿਹੜਾ ਉੱਥੇ ਚੜਿਆ ਉਹਦੇ 'ਚ 2 ਨੇ ਜੀ, ਹਾਂ 2 ਮਤਲਬ ਲਾਲ ਕਿਲੇ 'ਚ ਤਾਂ ਇੱਕ ਝੰਡਾ ਚੜਿਆ। ਹਾਂਜੀ। ਔਰ ਮਤਲਬ ਜਿਹੜੀ ਝਾਕੀ ਆ ਉਹਦੇ 'ਚ ਤੁਸੀਂ ਦੇਖੋ, ਦੁਬਾਰਾ ਉਹਨੂੰ ਚੈੱਕ ਕਰਕੇ ਦੇਖੋ, ਉਹਦੇ 'ਚ ਤਾਂ 2 ਝੰਡੇ ਨੇ, ਇਹੀ ਖਾਲਸਾ ਪੰਥ ਦੇ ਝੰਡੇ ਨੇ ਉਹ ਦੋਨੇ। ਇਸ ਕਰਕੇ ਅਸੀਂ ਉੱਥੇ ਜੇ ਮਤਲਬ ਇਹ ਥੋੜ੍ਹੀ ਆ ਵੀ ਕਿਤੇ ਮਾਂ ਬਾਦੀ ਨੇ ਕਿਤੇ ਮਾਂ ਮਾਫਕ ਨੇ। ਔਰ ਜਿੱਦੇ ਵਿਜੇ ਦਿਵਸ ਆਉਂਦਾ ਉਹਦੇ ਸਾਰੇ ਕਿਤੇ ਸਿੱਖ ਪੰਥ ਦਾ ਝੰਡਾ ਕਿਉਂ ਚੜਾਇਆ ਜਾਂਦਾ, ਔਰ ਗਲਵਾਨ ਘਾਟੀ ਤੱਕ ਮਤਲਬ ਸਿੱਖ ਪੰਥ ਵਾਲਾ ਝੰਡਾ ਕਿਉਂ ਚੜਾਇਆ ਜਾਂਦਾ। ਉਹ ਚੜਾਇਆ ਜਾਂਦਾ ਨਾ, ਉਹ ਇੱਕ ਅਫੀਸ਼ੀਅਲ ਝੰਡਾ, ਮਤਲਬ ਸਿੱਖ ਪੰਥ ਦਾ ਇੱਕ ਅਫੀਸ਼ੀਅਲ ਝੰਡਾ ਉਹ। ਇਸ ਕਰਕੇ ਮਤਲਬ ਜਿਹੜਾ ਇਹ ਝੰਡੇ ਵਾਲੇ ਚੱਕਰ ਜਿਹੜਾ ਪਿਆ ਨਾ, ਇਹਦਾ ਜੇ ਥੋੜਾ ਅਫੈਂਸਿਵ ਤੌਰ ਤੇ ਜਵਾਬ ਦਿੱਤਾ ਜਾਂਦਾ ਤਾਂ ਜਵਾਬ ਬਹੁਤ ਵਧੀਆ ਬਣ ਸਕਦਾ ਸੀ। ਸਾਨੂੰ ਡਿਫੈਂਸਿਵ ਹੋਣ ਦੀ ਮੇਰੇ ਮੁਤਾਬਕ ਜ਼ਰੂਰਤ ਨਹੀਂ ਸੀ। ਇਸ ਤਿਰੰਗੇ ਨੂੰ ਲਾਲ ਕਿਲੇ ਤੇ ਚੜਾਉਣ ਦੇ ਲਈ ਮਤਲਬ ਕਿੰਨੀਆਂ ਲੜਾਈਆਂ ਜਿਹੜੀਆਂ ਉਹ ਨਿਸ਼ਾਨ ਸਾਹਿਬ ਦੇ ਅਗਵਾਈ 'ਚ ਲੜੀਆਂ ਗਈਆਂ। ਬਿਲਕੁਲ ਬਹੁਤ ਸਾਰੀ ਲੜਾਈ ਲੜੀ ਗਈ ਆ। ਔਰ ਜੇ ਤੁਸੀਂ ਕਹੋ ਵੀ ਜਿੰਨੀਆਂ ਪੰਜਾਬੀਆਂ ਨੇ ਔਰ ਵਿਸ਼ੇਸ਼ ਕਰਕੇ ਸਿੱਖਾਂ ਨੇ ਮਤਲਬ ਆਜ਼ਾਦੀ ਲਈ ਜਿੰਨੀਆਂ ਕੁਰਬਾਨੀਆਂ ਕੀਤੀਆਂ, ਮੇਰਾ ਖਿਆਲ ਨਹੀਂ ਉਹਨੀਆਂ ਕਿਸੇ ਦੀਆਂ ਕੁਰਬਾਨੀਆਂ ਹੈਗੀਆਂ। ਔਰ ਅੱਜ ਉਹਨਾਂ ਨੂੰ ਤੁਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹ ਤਿਰੰਗਾ ਉੱਥੇ ਚੜਾਉਣ ਦੇ ਵਿੱਚ ਰੋਲ ਪਲੇ ਕੀਤਾ, ਉਹਨਾਂ ਨੂੰ ਅੱਜ ਤੁਸੀਂ ਉਹਦਾ ਦੋਸ਼ੀ ਠਹਿਰਾ ਰਹੇ ਹੋ। ਔਰ ਦੂਸਰੀ ਗੱਲ ਇੱਕ ਸੰਧੂ ਸਾਹਿਬ ਹੋਰ ਆ ਕਿ ਜਦੋਂ ਅੱਜ ਜਿਹੜਾ ਲਾਲ ਕਿਲਾ ਉਹਨੂੰ ਤਾਂ ਮਤਲਬ ਸਾਡੀ ਸੈਂਟਰ ਗਵਰਨਮੈਂਟ ਠੇਕੇ ਤੇ ਦੇਈ ਬੈਠੀ ਆ। ਡਾਲਮੀਆ ਗਰੁੱਪ ਨੂੰ 25 ਕਰੋੜ ਰੁਪਏ ਪਰ ਈਅਰ ਤੇ ਠੇਕੇ ਤੇ ਦਿੱਤਾ ਹੋਇਆ। ਜੇ ਉਹ ਸਾਡਾ ਧਰੋਹਰ ਆ, ਸਾਡਾ ਰਾਸ਼ਟਰੀ ਧਰੋਹਰ ਆ, ਜੇ ਸਾਡੀ ਸਰਕਾਰ ਆਪਣੇ ਰਾਸ਼ਟਰੀ ਧਰੋਹਰ ਦੀ ਦੇਖ ਰੇਖ ਨਹੀਂ ਕਰ ਸਕਦੀ, ਉਹਦੀ ਮੇਨਟੇਨੈਂਸ ਨਹੀਂ ਕਰ ਸਕਦੀ, ਔਰ ਉਹਦੇ ਲਈ ਪ੍ਰਾਈਵੇਟ ਕੰਪਨੀ ਨੂੰ ਮਤਲਬ ਉਹਦੀ ਦੇਖ ਲਈ ਆਪਣੇ ਰਾਸ਼ਟਰੀ ਧਰੋਹਰ ਦਾ ਨਹੀਂ ਜੇ ਕੁਛ ਕਰ ਸਕਦੇ, ਫਿਰ ਇਹਨਾਂ ਨੂੰ ਕੀ ਰਾਈਟ ਆ ਕਿ ਇਹ ਕਹਿਣ ਦਾ ਵੀ ਤਿਰੰਗਾ ਉੱਥੇ ਜੇ ਹੋ ਗਿਆ, ਤਿਰੰਗਾ ਉੱਥੇ ਉਹ ਹੋ ਗਿਆ। ਕੱਲ ਨੂੰ ਡਾਲਮੀਆ ਉਹਨਾਂ ਨੇ ਲਾ ਲਿਆ ਉਹਦਾ, ਫਿਰ ਕੋਈ ਵੀ ਨਹੀਂ। ਚਲੋ ਉਹਨਾਂ ਨੇ ਤਾਂ ਨਹੀਂ, ਉਹਨਾਂ ਦਾ ਮਤਲਬ ਤਾਂ ਮਕਸਦ ਤਾਂ ਪੈਸੇ ਕਮਾਉਣਾ। ਦੇਖੋ ਕੰਪਨੀ ਨੇ ਕਿਸੇ ਦੇ ਝੰਡੇ ਤੋਂ ਕੁਛ ਨਹੀਂ ਲੈਣਾ, ਕੰਪਨੀਆਂ ਦਾ ਮਤਲਬ ਤਾਂ ਆਪਣਾ ਪ੍ਰੋਫਿਟ ਕਮਾਉਣਾ, ਔਰ ਉਹ ਪ੍ਰੋਫਿਟ ਕਮਾ ਰਹੇ ਨੇ। ਇਸ ਕਰਕੇ ਜਿਹੜੇ ਲੋਕਾਂ ਨੂੰ, ਕਿਉਂਕਿ ਜਿਹੜੇ ਆਮ ਪਬਲਿਕ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਅਗਰ ਅਸੀਂ ਇਹ ਗੱਲਾਂ ਲੋਕਾਂ ਦੇ ਵਿੱਚ ਦੱਸਾਂਗੇ ਤਾਂ ਲੋਕਾਂ ਦੇ ਵਿੱਚ ਜਾਗਰਤੀ ਆਊਗੀ ਕਿ ਹਾਂ ਯਾਰ ਜਿਹੜਾ ਮਤਲਬ ਜਿਹੜਾ ਲਾਲ ਕਿਲਾ ਉਹ ਤਾਂ ਠੇਕੇ ਤੇ ਦਿੱਤਾ ਹੋਇਆ। ਇਹਨੂੰ ਛੱਡ ਦਈਏ ਜੀ ਆਪਾਂ, ਚਲੋ 26 ਵਾਲੀ ਘਟਨਾ ਜੋ ਕੁਝ ਹੋ ਗਿਆ ਉਹਦਾ ਹੋਏਗਾ, ਪਰ 26 ਵਾਲੀ ਘਟਨਾ 'ਚੋਂ ਫਾਇਦਾ ਕਿਹਨੂੰ ਹੋ ਰਿਹਾ ਗਾ, ਕਿਹਦਾ ਮਤਲਬ ਉਹਦੇ 'ਚੋਂ ਆਪਾਂ ਇਹ ਵੀ ਦੇਖਦੇ ਹੁੰਦੇ ਹਾਂ ਵੀ ਜਦੋਂ ਕੋਈ ਘਟਨਾ ਘਟਦੀ ਹੈਗੀ ਉਹਦਾ ਅਕਸਰ ਇਹੀ ਦੇਖਿਆ ਜਾਂਦਾ ਵੀ ਇਹਦਾ ਅਕਸਰ ਜੇ ਜਿਹੜੇ ਆਪਾਂ ਕ੍ਰਾਈਮ ਵਾਲੇ ਲੋਕ ਨੇ ਉਹ ਵੀ ਦੇਖਦੇ ਆ ਵੀ ਇਹਦਾ ਫਾਇਦਾ ਕਿਹਨੂੰ ਹੈ। ਜੇ ਕੋਈ ਕਤਲ ਹੁੰਦਾ ਤਾਂ ਵੀ ਦੇਖਦੇ ਆ ਵੀ ਇਹਦਾ ਮੋਟਿਵ ਕਿੱਥੇ ਪਿਆ ਗਾ, ਅਤੇ ਇਹਦਾ ਜਿਹੜਾ ਮੋਟਿਵ ਸੀ ਉਹ ਇਸ ਤਰ੍ਹਾਂ ਹੋ ਗਿਆ ਵੀ ਜਿਹੜਾ ਸਿੰਘੂ ਬਾਰਡਰ ਦੀ ਬਜਾਏ ਕੇਂਦਰ ਬਿੰਦੂ ਗਾਜੀਪੁਰ ਬਣ ਗਿਆ, ਅਤੇ ਸਾਡੇ ਵਾਲੇ ਜਿਹੜੇ ਲੀਡਰ ਸੀਗੇ ਉਹਨਾਂ ਦੀ ਬਜਾਏ ਜਿਹੜਾ ਉੱਭਰ ਕੇ ਆ ਗਿਆ ਰਕੇਸ਼ ਟਕੈਤ। ਇਹਨੂੰ ਕਿਵੇਂ ਦੇਖਦੇ ਹੋ? ਨਹੀਂ, ਉਹਦੇ 'ਚ ਤਾਂ ਇਹ ਦੇਖੋ ਨਾ ਕਿ ਜਿਹੜੀ ਉਸ ਦਿਨ ਘਟਨਾ ਗਾਜੀਪੁਰ ਬਾਰਡਰ 'ਤੇ ਵਾਪਰੀ ਜੀ, ਕਿ ਗਾਜੀਪੁਰ ਬਾਰਡਰ ਦੇ ਵਿੱਚ 2 MLA ਦੀ ਅਗਵਾਈ ਦੇ ਵਿੱਚ ਮਤਲਬ ਕੁਛ ਗੁੰਡੇ ਅਨਸਰ ਗਏ ਜੀ, ਉਹਨਾਂ ਨੇ ਮਤਲਬ ਉੱਥੋਂ ਖਾਲੀ ਮਤਲਬ ਜਿਹੜਾ ਉਹ ਰਸਤਾ ਖਾਲੀ ਕਰਾਉਣ ਲਈ ਕਿਹਾ ਜੀ। ਔਰ ਉਦੋਂ ਪਹਿਲਾਂ ਪੁਲਿਸ ਨੇ ਮਤਲਬ ਉਹਨਾਂ ਲੋਕਾਂ ਨੂੰ ਜਿਹੜੇ ਗਾਜੀਪੁਰ ਬਾਰਡਰ ਦੇ ਉੱਤੇ ਧਰਨਾਕਾਰੀ ਬੈਠੇ ਸੀਗੇ, ਅੰਦੋਲਨਕਾਰੀ ਬੈਠੇ ਸੀ, ਜਿਨ੍ਹਾਂ ਦੀ ਅਗਵਾਈ ਟਕੈਤ ਕਰ ਰਿਹਾ ਸੀਗਾ,
ਉਹਨਾਂ ਨੂੰ ਕਿਹਾ ਕਿ ਮਤਲਬ ਅਸੀਂ ਤੁਹਾਨੂੰ ਨੋਟਿਸ ਦੇ ਰਹੇ ਹਾਂ ਔਰ ਮਤਲਬ ਤੁਸੀਂ ਅੱਜ ਸ਼ਾਮ ਤੱਕ 10 ਵਜੇ ਤੱਕ ਇਹ ਜਿਹੜਾ ਮਤਲਬ ਮੋਰਚਾ ਆਪਣਾ ਉਠਾਓ ਔਰ ਇਹਨੂੰ ਖਾਲੀ ਕਰੋ ਜੀ। ਮਤਲਬ ਉਹ ਨੋਟਿਸ ਦੇ ਬਾਰੇ 'ਚ ਵੀ ਜਦੋਂ ਦੇਖੋ ਜਦੋਂ ਬਾਅਦ ਦੇ ਵਿੱਚ ਗੱਲ ਆਈ ਤਾਂ ਗਾਜ਼ੀਆਬਾਦ ਦਾ ਜਿਹੜਾ ਡੀਐਮ ਆ ਉਹ ਵੀ ਮੁੱਕਰ ਗਿਆ ਵੀ ਅਸੀਂ ਤਾਂ ਕੋਈ ਨੋਟਿਸ ਹੀ ਨਹੀਂ ਕੀਤਾ ਇਹ ਜੀ। ਜਦੋਂ ਉਹ ਦੋ ਜਿਹੜੇ ਐਮਐਲਏ ਸੀਗੇ ਉਹ ਬੀਜੇਪੀ ਦੇ ਐਮਐਲਏ ਸੀ, ਉਹ ਕੁਝ ਗਲਤ ਅਨਸਰਾਂ ਨੂੰ ਲੈ ਕੇ ਉਹਨਾਂ ਨੇ ਲੋਕਾਂ ਤੇ ਹਮਲਾ ਕੀਤਾ ਔਰ ਜਦੋਂ ਮਤਲਬ ਉਹ ਥੋੜੇ ਸੀਗੇ ਫਿਰ ਵੀ ਲੋਕ ਉੱਥੇ 1000 ਤੋਂ 1500 ਦੇ ਲਗਭਗ ਲੋਕ ਸੀਗੇ ਉੱਥੇ। ਸਾਡਾ ਮਤਲਬ ਮੇਰਾ ਇੱਕ ਬਹੁਤ ਨੇੜਲਾ ਦੋਸਤ ਵੀ ਸੀ ਜਿਹਨੇ ਮੈਨੂੰ ਉਹ ਸਾਰੀ ਘਟਨਾ ਦਾ ਮਤਲਬ ਬਿਆਨ ਵੀ ਕੀਤਾ, ਉਹਦੇ ਹੱਥ ਤੇ ਸੱਟ ਵੀ ਲੱਗੀ ਹੋਈ ਹੈ, ਉਹਦਾ ਫੋਨ ਵੀ ਟੁੱਟਿਆ ਜੀ। ਔਰ ਉਹਨਾਂ ਨੇ ਮਤਲਬ ਇਹ ਕਿਹਾ ਵੀ ਜਦੋਂ ਉਹ ਆਏ ਤਾਂ ਲੋਕਾਂ ਦੇ ਵਿੱਚ ਜ਼ਿਆਦਾ ਰੋਸ ਪੈਦਾ ਹੋ ਗਿਆ ਜੀ। ਰੋਸ ਪੈਦਾ ਹੋ ਗਿਆ ਜਦੋਂ ਫਿਰ ਉਹਨਾਂ ਨੂੰ ਪੁਲਿਸ ਨੇ ਪਿੱਛੇ ਹਟਾਤਾ ਵੀ ਇਹ ਜ਼ਿਆਦਾ ਕੰਮ ਖਰਾਬ ਕਰਨਗੇ। ਉਦੋਂ ਬਾਅਦ ਉਹ ਚਾਹੁੰਦੇ ਸੀ ਕਿ ਰਕੇਸ਼ ਟਿਕੈਤ ਨੂੰ ਸੀ ਮਤਲਬ ਗ੍ਰਿਫਤਾਰ ਕਰੀਏ। ਉਸ ਕਸਮ ਦੇ ਵਿੱਚ ਜਿਹੜਾ ਜ਼ਿਆਦਾ ਰੋਲ ਪਲੇ ਹੋਇਆ ਉਹ ਹੋਇਆ ਮੀਡੀਆ ਦੀ ਤਰਫ ਜੀ। ਉੱਥੇ ਜਿੰਨਾ ਵੀ ਮੀਡੀਆ ਸੀਗਾ ਉਹਨਾਂ ਨੇ ਮਤਲਬ ਉਹਨਾਂ ਨੂੰ ਕਿਹਾ ਵੀ ਦੱਸੋ ਤੁਸੀਂ ਕਿਸ ਆਧਾਰ ਤੇ ਗ੍ਰਿਫਤਾਰ ਕਰਦੇ ਹੋ, ਦੱਸੋ ਕੀ ਆ। ਭਾਵੇਂ ਇਹਨਾਂ ਨੇ ਲੁੱਕਆਊਟ ਨੋਟਿਸ ਕੀਤਾ ਹੋਇਆ ਸੀਗਾ ਲੇਕਿਨ ਉਹਨਾਂ ਕੋਲੇ ਕੋਈ ਕਾਪੀ ਨਹੀਂ ਸੀ ਉਸ ਸਮੇਂ, ਉਹ ਮੀਡੀਆ ਨੂੰ ਕੁਝ ਦਿਖਾ ਹੀ ਨਹੀਂ ਸਕੇ। ਇੰਨੇ ਚਿਰ ਮਤਲਬ ਮੀਡੀਆ ਵਾਲਿਆਂ ਨੇ ਰਕੇਸ਼ ਟਿਕੈਤ ਨੂੰ ਘੇਰ ਕੇ ਉਹਦੀ ਇੰਟਰਵਿਊ ਲੈਣੀ ਸ਼ੁਰੂ ਕਰ ਦਿੱਤੀ ਔਰ ਉਹ ਉਹਦੇ ਤੋਂ ਜਦੋਂ ਭਾਵੁਕ ਹੋ ਕੇ ਰੋਣ ਲੱਗ ਗਿਆ ਔਰ ਉਹ ਵੀਡੀਓ ਵਾਇਰਲ ਹੋ ਗਈ ਔਰ ਜਦੋਂ ਲੋਕਾਂ ਨੇ ਦੇਖੀ ਤਾਂ ਲੋਕ ਉਸੇ ਸਮੇਂ ਆਉਣੇ ਸ਼ੁਰੂ ਹੋ ਗਏ। ਔਰ ਉਹਦੇ 'ਚ ਇਹ ਆ ਕਿ ਜਿਹੜੀ 26 ਤਰੀਕ ਦੀ ਰਾਤ ਨੂੰ ਨਿਰਾਸ਼ਤਾ ਆਈ ਲੋਕਾਂ ਦੇ ਵਿੱਚ, ਮਤਲਬ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ 26 ਤਰੀਕ ਦੀ ਜਿਹੜੀ ਰਾਤ ਵਾਲਾ ਜਿਹੜਾ ਲੰਗਰ ਸੀ ਕਿਤੇ ਲੰਗਰ ਹੀ ਨਹੀਂ ਚੱਲਿਆ। ਲੋਕ ਬਗੈਰ ਰੋਟੀ ਖਾਧੇ ਸੁੱਤੇ ਨੇ ਉਹਦੇ ਦੇ, ਚਾਹੇ ਉਹ ਟਿੱਕਰੀ ਬਾਰਡਰ ਸੀ, ਚਾਹੇ ਉਹ ਸਿੰਘੂ ਬਾਰਡਰ ਸੀ, ਚਾਹੇ ਉਹ ਗਾਜੀਪੁਰ ਬਾਰਡਰ ਸੀ। ਲੋਕਾਂ ਦੇ ਵਿੱਚ ਇੰਨਾ ਇਹ ਹੋ ਗਿਆ ਵੀ ਯਾਰ ਅਸੀਂ ਇੰਨੇ ਚਿਰ ਦੀ ਸਾਡੀ ਮਿਹਨਤ ਕਰਾਈ ਪਾਣੀ ਫਿਰ ਗਿਆ ਜੀ। ਮਤਲਬ ਲੋਕਾਂ ਨੂੰ ਇਹ ਨਹੀਂ ਦੱਸਿਆ ਗਿਆ ਵੀ ਯਾਰ ਇਹ ਐਡੀ ਕੋਈ ਗੱਲ ਨਹੀਂ ਹੈਗੀ, ਐਡੇ ਅੰਦੋਲਨਾਂ ਚੰਗੀਆਂ ਜਿਹੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ ਨੇ, ਸਰਕਾਰ ਕਰਾਉਂਦੀ ਰਹਿੰਦੀ ਆ, ਆਉਣ ਵਾਲੇ ਸਮੇਂ 'ਚ ਵੀ ਕਰਵਾ ਸਕਦੀ ਆ। ਮਤਲਬ ਉਹਦੇ 'ਚ ਕੀ ਆ ਜਦੋਂ 27 ਤਰੀਕ ਨੂੰ ਥੋੜਾ ਦਿਨ ਚੜ੍ਹਦਾ ਫਿਰ ਥੋੜਾ ਚਾਹ ਪਾਣੀ ਹੁੰਦਾ ਤਾਂ ਉਦੋਂ ਬਾਅਦ ਸਟੇਜ ਸ਼ੁਰੂ ਹੁੰਦੀ ਆ ਔਰ ਉਦੋਂ ਬਾਅਦ ਹੌਲੀ ਹੌਲੀ ਉਹ ਰਵਾਨਗੀ ਆਉਂਦੀ ਆ। 27 ਵਾਲੀ ਜਿਹੜੀ ਘਟਨਾ ਸ਼ਾਮ ਨੂੰ ਵਾਪਰਦੀ ਆ ਮਤਲਬ ਗਾਜੀਪੁਰ ਬਾਰਡਰ ਵਾਲੀ ਔਰ ਉਸ ਘਟਨਾ ਤੋਂ ਬਾਅਦ ਜਿਹੜਾ ਮਤਲਬ ਉਹਦਾ ਪ੍ਰਤੀਕਰਮ ਖਾਸ ਤੌਰ ਤੇ ਯੂਪੀ ਦੇ ਜਾਟਾਂ ਦੇ ਵਿੱਚ ਹੁੰਦਾ। ਉਹਦੇ 'ਚ ਇਹ ਆ ਕਿ ਯੂਪੀ ਦੇ ਜਾਟਾਂ ਹਮਲਾ ਤਾਂ ਮਤਲਬ ਉਦੋਂ ਭੈੜਾ ਜਿਹੜਾ ਹਮਲਾ ਉਹ ਮਤਲਬ ਇਹਨਾਂ ਦੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਇਹਨਾਂ ਵਾਲੀ ਸਟੇਜ ਤੇ ਹੁੰਦਾ ਗਾ, ਉਹਦਾ ਪ੍ਰਤੀਕਰਮ ਕਿਉਂ ਨਹੀਂ ਹੁੰਦਾ? ਉਹਨੂੰ ਵਿਸਾਰ ਦਿੰਦੇ ਹੈਗੇ ਸਾਡੇ ਲੀਡਰ। ਤੁਸੀਂ ਗਾਜੀਪੁਰ ਵਾਲੇ ਇੱਕ ਮਤਲਬ ਉਹ ਹਮਲਾ ਤਾਂ ਸੇਮ ਹੀ ਆ ਨਾ, ਉੱਥੇ ਵੀ ਭਾਜਪਾ ਦੇ ਲੋਕ ਕਰਾ ਰਹੇ, ਇੱਥੇ ਵੀ ਭਾਜਪਾ ਦੇ ਲੋਕ ਕਰਾ ਰਹੇ ਨੇ। ਇਹਨੂੰ ਤੇ ਇਹਨਾਂ ਦੋ ਨਜ਼ਰੀਆ ਕਿਉਂ ਅੱਡੋ ਅੱਡੀ ਹੋ ਗਿਆ? ਉਹਦੇ ਲਈ ਇੱਕ ਵੱਖਰਾ ਨਜ਼ਰੀਆ ਗਾਜੀਪੁਰ ਵਾਲੇ ਹਮਲੇ ਲਈ, ਇਹਦੇ ਲਈ ਵੱਖਰਾ ਹੋ ਗਿਆ। ਉਹਦੇ ਲਈ ਸੰਧੂ ਸਾਹਿਬ ਇੱਕ ਗੱਲ ਤਾਂ ਇਹ ਹੈ ਵੀ ਜਿਹੜਾ ਗਾਜੀਪੁਰ ਵਾਲਾ ਗਾ ਉਹਦਾ ਜਿਹੜਾ ਪ੍ਰਤੀਕਰਮ ਹੋਇਆ ਉਹ ਪਬਲਿਕ ਦੀ ਤਰਫੋਂ ਹੋਇਆ ਕਿਉਂਕਿ ਪਬਲਿਕ ਨੂੰ ਇਹ ਲੱਗਿਆ ਕਿ ਸਾਡੇ ਬੰਦਿਆਂ ਨੂੰ ਉੱਥੇ ਇਹ ਪਿੱਟ ਸਕਦੇ ਨੇ, ਸਾਡੇ ਬੰਦਿਆਂ ਦਾ ਨੁਕਸਾਨ ਕਰ ਸਕਦੇ ਨੇ ਔਰ ਉਹ ਨੇੜੇ ਦੇ ਲੋਕ ਨੇਗੇ, ਲਵੇ ਲਾਉਣੇ ਵਾਲੇ ਪਿੰਡਾਂ ਦੇ ਲੋਕ ਸੀਗੇ, ਉਹ ਫਟਾਫਟ ਆਉਣਾ ਸ਼ੁਰੂ ਹੋ ਗਏ ਔਰ ਮਤਲਬ 1 ਵਜੇ ਤੱਕ ਬਹੁਤ ਜ਼ਿਆਦਾ ਭੀੜ ਮਤਲਬ ਉੱਥੇ ਹੋ ਚੁੱਕੀ ਸੀ। ਮਤਲਬ 1:30 ਵਜੇ BBC ਦਾ ਜਿਹੜਾ ਬੰਦਾ ਪੱਤਰਕਾਰ ਆ ਉਹ ਲਾਈਵ ਹੋ ਕੇ ਦਿਖਾ ਰਿਹਾ ਵੀ ਹੁਣ ਪੁਲਿਸ ਵਗ ਗਈ, ਇੱਥੋਂ ਸਾਰਾ ਕੁਝ ਖਾਲੀ ਕਰ ਗਈ। ਲੇਕਿਨ ਇਹ ਜਿਹੜਾ ਘਟਨਾ ਵਾਪਰੀ ਹੈਗੀ ਇਹਦੇ ਤੇ ਜਿਹੜਾ ਮਤਲਬ ਇਹਦੇ ਤੇ ਸਾਡੇ ਲੋਕਾਂ ਨੂੰ ਪ੍ਰਤੀਕਰਮ ਕਰਨਾ ਚਾਹੀਦਾ ਸੀ ਨਾ। ਇਹੀ ਗੱਲ ਮੈਂ ਹਾਂ ਮੈਂ ਇਹ ਗੱਲ ਕਹਿਣਾ ਵੀ ਇਹਦਾ ਪ੍ਰਤੀਕਰਮ ਤਾਂ ਸਾਡੇ ਲੋਕਾਂ ਨੂੰ ਮਤਲਬ ਜਿਵੇਂ ਉਹਨਾਂ ਨੇ ਯੂਪੀ ਦੇ ਲੋਕਾਂ ਨੇ ਆਪਣਾ ਉਹਦਾ ਪਿੰਡਾਂ ਤੋਂ ਚੱਲ ਗਿਆ ਕਿ ਸਾਡੇ ਤਾਂ ਕੋਲੇ ਬੈਠੇ ਸੀਗੇ। ਲੇਕਿਨ ਇਹਨਾਂ ਦਾ ਕਿਉਂਕਿ ਥੋੜੀ ਜਿਹੜੀ ਉੱਥੇ ਜਿਹੜੀ ਆਪਸਦਾਰੀ ਇਹ ਹੋਈ ਨਾ ਮਤਲਬ ਹਾਂ ਲੀਡਰਾਂ ਦੀ ਖਿੱਚੋਤਾਣ ਨੇ ਉਹ ਕਰਵਾਤਾ ਜਿਹਦਾ ਨੁਕਸਾਨ ਹੋਇਆ ਔਰ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਇਹਦਾ ਨੁਕਸਾਨ ਆ ਜਿਹੜਾ ਓਵਰਆਲ। ਹੋਰ ਗੱਲ ਜਿਹੜੀ ਭਵਾਲ ਸਾਹਿਬ ਤੋਂ ਮੈਂ ਜਾਣਨੀ ਚਾਹੂੰਗਾ ਵੀ ਹੁਣ ਤੱਕ ਸਿਆਸੀ ਲੋਕ ਦੂਰ ਰਹੇ ਤੇ ਜਿੱਦਾਂ ਦਾ ਆ ਗਿਆ ਗਾਜੀਪੁਰ ਬਾਰਡਰ ਹੀ ਲੱਗਦੇ ਆ ਜਿਹਦੀ ਆਪਾਂ ਹੁਣ ਚਰਚਾ ਦੇ ਵਿੱਚ ਆ, ਜਿਹਨੂੰ ਮੀਡੀਆ ਵੀ ਸਾਡਾ ਮਤਲਬ ਉਹ ਮੀਡੀਆ ਵੀ ਮਤਲਬ ਉਹਨੂੰ ਦਿਖਾ ਰਿਹਾ ਜਿਹੜੇ ਮੀਡੀਆ ਦੀ ਗੋਦੀ ਮੀਡੀਆ ਜਾਂ ਕਾਰਪੋਰੇਟ ਕਹਿੰਦੇ ਆ। ਮਤਲਬ ਜੇ ਰਕੇਸ਼ ਟਿਕੈਤ ਦੀ ਗੱਲ ਕਰੀਏ ਤਾਂ ਉਹ ਜਿਹੜੇ ਹੰਝੂਆਂ ਵਾਲੀ ਗੱਲ ਆ ਉਸੇ ਮੀਡੀਆ ਨੇ ਦਿਖਾਈ ਉਹ। ਸੋ ਉਹ ਉੱਥੇ ਜਾ ਕੇ ਹੁਣ ਮਤਲਬ ਰਾਜਨੀਤਿਕ ਆਗੂਆਂ ਦੀ ਐਂਟਰੀ ਵੀ ਹੋ ਗਈ ਹੈ ਇਸ ਮੋਰਚੇ 'ਚ, ਜਿਹੜਾ ਕਿ ਅਸੀਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਬੈਠਣ ਤੱਕ ਨਹੀਂ ਸੀ ਦਿੱਤਾ ਜਾਂਦਾ। ਇੱਥੇ ਲੋਕਾਂ ਦੇ ਵਿੱਚ ਤਾਂ ਅਜਿਹਾ ਪੰਜਾਬ ਤੋਂ ਲਾ ਕੇ ਮਤਲਬ ਚੱਲਦਾ ਗਿਆ ਜਦ ਸਿਸਟਮ ਸਾਡਾ, ਉੱਥੇ ਵੀ ਜਿਹੜਾ 3-2 ਮਹੀਨੇ ਹੋ ਗਏ ਸਾਡੀਆਂ ਸਟੇਜਾਂ ਚੱਲਦੀਆਂ ਨੇ, ਚਾਹੇ ਉਹ ਟਿੱਕਰੀ ਵਾਲੀ ਆ, ਚਾਹੇ ਸਿੰਘੂ ਵਾਲੀ ਆ, ਚਾਹੇ ਮਤਲਬ ਉਹ ਬਹਾਦਰਗੜ੍ਹ ਵਾਲੀ ਸੀ, ਕਿਤੇ ਵੀ ਜਿੱਥੇ ਵੀ ਸਟੇਜਾਂ ਚੱਲਦੀਆਂ ਨੇਗੀਆਂ, ਕੁੰਡਲੀ ਵਾਲੀ ਸੀ, ਉੱਥੇ ਇਹੀ ਚੱਕਰ ਰਿਹਾ ਵੀ ਅਸੀਂ ਤਾਂ ਨੇੜੇ ਨਹੀਂ ਲੱਗਣ ਦਿੱਤੇ। ਤੇ ਹੁਣ ਉਹ 1 ਲੱਖ ਮਤਲਬ ਸਾਰਾ ਕੁਝ ਹੀ ਰਾਜਨੀਤਿਕ ਆਗੂਆਂ ਦੇ ਹੱਥ ਜਾਂਦਾ ਦਿਸ ਰਿਹਾ।
ਉਹਦੇ 'ਚ ਚੱਕਰ ਇਹ ਆ ਵੀ ਉਹਦੇ 'ਚ ਅਸਲ ਦੇ ਵਿੱਚ ਜੇ ਆਪਾਂ ਹਕੀਕਤ ਦੇਖਦੇ ਹਾਂ ਵੀ ਜਿਹੜੀ ਮਤਲਬ ਸਾਡੀ ਮੂਵਮੈਂਟ ਆ, ਪੰਜਾਬ ਦੇ ਲੋਕਾਂ ਦੀ ਮੂਵਮੈਂਟ ਆ ਜਿਹੜੀ, ਕਿਉਂਕਿ ਇਹ ਹੌਲੀ ਹੌਲੀ ਪੱਕ ਕੇ ਗਈ ਆ। ਇਹਨਾਂ ਨੇ ਇੱਕ ਮਤਲਬ ਆਪਣਾ ਕੋਡ ਆਫ ਕੰਡਕਟ ਸੈੱਟ ਕਰਤਾ, ਉਹ ਪਿੰਡਾਂ ਤੋਂ ਲੈ ਕੇ ਦਿੱਲੀ ਤੱਕ ਸੈੱਟ ਹੋ ਗਿਆ ਕਿ ਅਸੀਂ ਕਿਸੇ ਵੀ ਰਾਜਨੀਤਿਕ ਲੀਡਰ ਨੂੰ ਅੱਗੇ ਨਹੀਂ ਆਉਣ ਦੇਵਾਂਗੇ ਜਾਂ ਸਾਡੀ ਸਟੇਜ ਦੇ ਨੇੜੇ ਨਹੀਂ ਆਉਣ ਦੇਵਾਂਗੇ। ਲੇਕਿਨ ਹੋਰ ਕਿਸੇ ਵੀ ਸਟੇਟ ਦੇ ਵਿੱਚ, ਚਾਹੇ ਉਹ ਹਰਿਆਣਾ ਚਾਹੇ ਉਹ ਯੂਪੀ, ਇਹ ਮਤਲਬ ਕੋਡ ਆਫ ਕੰਡਕਟ ਉਹਨਾਂ ਤੋਂ ਸੈੱਟ ਨਹੀਂ ਹੋਇਆ। ਔਰ ਜਿਹਦੇ ਕਰਕੇ ਮਤਲਬ ਉਹਨਾਂ ਨੂੰ ਉਹਨਾਂ ਦੇ ਮਿਲਣ 'ਤੇ ਕੋਈ ਇਤਰਾਜ਼ ਵੀ ਨਹੀਂ ਹੈਗਾ, ਭਾਵੇਂ ਉਹ ਥੋੜ੍ਹਾ ਸਟੇਜ ਤੋਂ ਸਾਈਡ 'ਤੇ ਹੋ ਕੇ ਮਿਲਦੇ ਨੇ। ਉਸ ਰੂਪ ਦੇ ਵਿੱਚ ਸਟੇਜ 'ਤੇ ਤਾਂ ਉਹ ਵੀ ਨਹੀਂ ਆਉਣ ਦੇ ਰਹੇ, ਪਰ ਚਲੋ ਇਹ ਆ ਵੀ ਉਹ ਤਾਂ ਇੱਕ ਵੱਖਰੀ ਗੱਲ ਆ, ਚਾਹੇ ਸਟੇਜ 'ਤੇ ਆ ਜਾਓ ਚਾਹੇ ਸਟੇਜ ਦੇ ਸਾਈਡ 'ਤੇ ਆ ਜਾਓ। ਮਤਲਬ ਉਹ ਜਿਹੜੀ ਅਜੇ ਉਹਨਾਂ ਲੋਕਾਂ ਦੀ ਜਿਹੜੀ ਮੂਵਮੈਂਟ ਆ ਨਾ, ਉਹਦਾ ਪੱਧਰ ਕੁਛ ਹੋਰ ਆ। ਪੰਜਾਬ ਦੇ ਲੋਕਾਂ ਦੀ ਜਿਹੜੀ ਮੂਵਮੈਂਟ ਆ ਇਹ ਕਿਸੇ ਹੋਰ ਤਰੀਕੇ ਨਾਲ ਤਿਆਰ ਹੋ ਕੇ ਗਈ ਹੈ, ਜਿਹੜੀ ਉਸ ਤਰੀਕੇ ਨਾਲ ਤਿਆਰ ਹਜੇ ਉਹ ਮੂਵਮੈਂਟ ਨਹੀਂ ਹੈਗੀ। ਉਹ ਮੂਵਮੈਂਟ ਜ਼ਿਆਦਾ ਮਤਲਬ ਚੇਤਨ ਕੰਮ ਭਾਵਕ ਜ਼ਿਆਦਾ ਹੈ। ਕੀ ਭਵਿੱਖ ਦੇਖਦੇ ਹੋ ਹੁਣ ਮੋਰਚੇ ਦਾ, ਕੀ ਭਵਿੱਖ ਹੈ? ਨਹੀਂ, ਮੋਰਚੇ ਦਾ ਤਾਂ ਦੇਖੋ ਇਹ ਹੈ ਕਿ ਜਿਸ ਹਿਸਾਬ ਨਾਲ ਮਤਲਬ 26 ਤਰੀਕ ਤੋਂ ਬਾਅਦ ਮੋਰਚੇ ਦੇ ਵਿੱਚ ਜ਼ਿਆਦਾ ਸਟਰੈਂਥ ਆਈ ਆ, ਉਹ ਤਾਂ ਹੀ ਹੈ, ਪਰ ਲੀਡਰਸ਼ਿਪ ਦੀ ਗੱਲ ਕਰਦਾ ਨਹੀਂ। ਉਹ ਇਹ ਆ ਵੀ ਅਗਰ ਦੇਖੋ ਅੱਜ ਮਤਲਬ ਇਹ ਮੀਟਿੰਗ ਹੋ ਰਹੀ ਆ ਆਪਣਾ ਇਹਦੀ ਸੰਯੁਕਤ ਕਿਸਾਨ ਮੋਰਚੇ ਦੀ, ਔਰ ਉਹਦੇ 'ਚੋਂ ਕੀ ਡਿਸੀਜਨ ਲੈਣ ਦੇ ਨੇ ਉਹ ਆਪਾਂ ਨੂੰ ਸਾਹਮਣੇ ਆ ਜਾਊਗਾ। ਲੇਕਿਨ ਅਗਰ ਲੀਡਰਸ਼ਿਪ ਸਹੀ ਤਰੀਕੇ ਨਾਲ ਐਕਟ ਕਰਦੀ ਹੈ ਤਾਂ ਮੋਰਚਾ ਜਿਹੜਾ ਉਹ ਕਾਮਯਾਬੀ ਵਾਲੇ ਪਾਸੇ ਵੱਧ ਸਕਦਾ। ਸਰਕਾਰ ਦੇ ਉੱਤੇ ਪ੍ਰੈਸ਼ਰ ਲਗਾਤਾਰ ਜਾਰੀ ਹੈ, ਔਰ ਉਹਦੀ ਇੱਕ ਮਿਸਾਲ ਅਸੀਂ ਦੇਖ ਸਕਦੇ ਹਾਂ ਕਿ ਮੋਦੀ ਅੱਜ ਤੱਕ ਕਿਸਾਨ ਮੋਰਚੇ ਦੇ ਸੰਬੰਧ 'ਚ ਕੋਈ ਸ਼ਬਦ ਤੱਕ ਨਹੀਂ ਬੋਲਿਆ ਸੀ, ਲੇਕਿਨ ਮੋਦੀ ਨੂੰ ਵੀ ਇਹ ਕਹਿਣਾ ਪਿਆ ਆਪੋਜੀਸ਼ਨ ਦੀ ਮੀਟਿੰਗ ਦੇ ਵਿੱਚ ਕਿ ਅਸੀਂ ਜਿਹੜੀ ਪ੍ਰਪੋਜ਼ਲ ਦਿੱਤੀ ਸੀ ਉਹ 'ਤੇ ਅੱਜ ਵੀ ਕਾਇਮ ਆ, 1.5 ਸਾਲ ਵਾਲੀ ਪ੍ਰਪੋਜ਼ਲ 'ਤੇ। ਔਰ ਅਗਰ ਜੇ ਮਤਲਬ ਲੀਡਰਸ਼ਿਪ ਇਹਨੂੰ ਹੋਰ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕਰਦੀ ਹੈ ਤਾਂ ਕਾਨੂੰਨਾਂ ਦੀ ਮਤਲਬ ਰੀਅਪੀਲ ਤੱਕ ਇਹਨੂੰ ਲਿਜਾ ਸਕਦੀ ਆ। ਔਰ ਮਤਲਬ ਜਿਹੜਾ MSP ਵਾਲਾ ਐਕਟ ਵੀ ਆ ਉਹਦੇ 'ਚ ਉਹਨੂੰ ਵੀ ਕੁਛ ਨਾ ਕੁਛ ਉਹਦੀ ਸੈਟਿੰਗ ਮਤਲਬ ਕੀਤੀ ਜਾ ਸਕਦੀ ਹੈਗੀ। ਇਹ ਹੁਣ ਮਤਲਬ ਸਾਡੀ ਲੀਡਰਸ਼ਿਪ 'ਤੇ ਡਿਪੈਂਡ ਕਰਦਾ ਕਿ ਉਹ ਕਿਸ ਤਰੀਕੇ ਨਾਲ ਇਹਨੂੰ ਹੈਂਡਲ ਕਰਦੀ ਆ। ਉਹਦੇ ਲਈ ਸਭ ਤੋਂ ਵੱਧ ਜ਼ਰੂਰੀ ਇਹ ਹੈ ਕਿ ਜਿਹੜਾ ਥੋੜ੍ਹਾ ਮੋਟਾ ਅੰਦਰ ਸਾਡੇ ਕੰਪਲੈਕਟ ਆ, ਚਾਹੇ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਆਇਆ ਚਾਹੇ ਕਿਸੇ ਹੋਰ ਨਾਲ ਆਇਆ, ਉਹਨੂੰ ਵੀ ਆਪਣੇ ਅੰਦਰ ਰਿਜ਼ੋਲਵ ਕਰਦੇ ਹੋਏ, ਇਹ ਸਾਡੀ ਇੱਕ ਪਰਿਵਾਰ ਦੇ ਅੰਦਰ ਦੀ ਗੱਲ ਆ। ਹੁਣ ਮਤਲਬ ਕਈ ਵਾਰੀ ਅਸੀਂ ਪਰਿਵਾਰ ਵਾਲੀ ਗੱਲ ਵਿਹੀ 'ਚ ਨਹੀਂ ਕਰਦੇ, ਔਰ ਸੱਥ 'ਚ ਕਰਨੀ ਤਾਂ ਦੂਰ ਦੀ ਗੱਲ ਆ। ਮਤਲਬ ਸਾਨੂੰ ਇੰਨੀਆਂ ਕੁ ਗੱਲਾਂ ਤੋਂ ਤਾਂ ਜ਼ਰੂਰ ਚੇਤਨ ਹੋਣ ਦੀ ਲੋੜ ਆ ਕਿ ਜਿਹੜਾ ਸਾਡਾ ਪਰਿਵਾਰਕ ਮਾਮਲਾ ਉਹ ਪਰਿਵਾਰ ਦੇ ਵਿੱਚ ਹੀ ਨਜਿੱਠਿਆ ਜਾਵੇ। ਔਰ ਪਰਿਵਾਰਕ ਮਾਮਲਾ ਨਜਿੱਠਣ ਦਾ ਜਿਹੜਾ ਅਸੀਂ ਪਰਿਵਾਰ 'ਚ ਨਜਿੱਠਦੇ ਹਾਂ ਉਹਦਾ ਤਰੀਕਾ ਤਾਂ ਇੱਕ ਅਲੱਗ ਹੁੰਦਾ, ਲੇਕਿਨ ਜੋ ਮਾਮਲਾ ਸੱਥ 'ਚ ਚਲਿਆ ਗਿਆ ਉਹਦਾ ਤਰੀਕਾ, ਉਹਦਾ ਨਜਿੱਠਣ ਦਾ ਤਰੀਕਾ ਹੋਰ ਹੁੰਦਾ। ਔਰ ਅਗਰ ਇਹਨੂੰ ਅਸੀਂ ਪਰਿਵਾਰਕ ਤੌਰ 'ਤੇ ਨਜਿੱਠਦੇ ਹੋਏ ਸੱਥ ਵਾਲੇ ਮਸਲੇ 'ਤੇ ਅਸੀਂ ਜ਼ਿਆਦਾ ਜ਼ੋਰ ਦਿੰਦੇ ਹਾਂ ਤਾਂ ਮੈਨੂੰ ਇਹ ਲੱਗਦਾ ਵੀ ਮਤਲਬ ਇਸ ਕਿਸਮ ਦੀ ਮੂਵਮੈਂਟ ਜਿਹੜੀ ਐਡੀ ਬੜੀ ਮੂਵਮੈਂਟ ਬਣੀ ਆ ਇਹ ਪੂਰੇ ਦੇਸ਼ ਦੇ ਵਿੱਚ ਵੀ ਅੱਗੇ ਜਾ ਸਕਦੀ ਹੈ। ਔਰ ਮਤਲਬ ਇਹ ਗੱਲ ਜਿਵੇਂ ਇੱਕ ਰਕੇਸ਼ ਟਕੈਤ ਨੇ ਬਿਆਨ ਦਿੱਤਾ, ਸ਼ਾਇਦ ਤੁਹਾਡੇ ਨੋਟਿਸ ਦੇ ਵਿੱਚ ਹੋਏ, ਕਿ ਸੈਂਟਰ ਦੀ ਸਰਕਾਰ ਸਾਨੂੰ ਮਤਲਬ ਇਹ ਦੱਸਦੇ ਵੀ ਉਹਦੀ ਮਜਬੂਰੀ ਕੀ ਆ ਵੀ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹ ਮਤਲਬ ਜਿਹੜਾ ਇਹ ਜਿਹੜੇ ਕਾਨੂੰਨ ਆ ਉਹਨਾਂ ਨੂੰ ਖ਼ਤਮ ਕਰਨ ਲਈ ਕਿਉਂ ਤਿਆਰ ਨਹੀਂ। ਔਰ ਉਹ ਕਹਿ ਰਿਹਾ ਵੀ ਅਗਰ ਜੇ ਸਾਨੂੰ ਉਹ ਮਜਬੂਰੀ ਸਮਝਾ ਦੇ ਸਰਕਾਰ ਤਾਂ ਅਸੀਂ ਮਤਲਬ ਆਪਣੀ ਗੱਲ ਤੋਂ ਪਿੱਛੇ ਹਟ ਸਕਦੇ ਹਾਂ। ਮਤਲਬ ਹਜੇ ਤੱਕ ਬਹੁਤੇ ਲੋਕ ਉਹ ਨੇ ਜਿਨ੍ਹਾਂ ਨੂੰ ਸਰਕਾਰ ਦੀ ਉਸ ਮਜਬੂਰੀ ਦਾ ਪਤਾ ਹੀ। ਔਰ ਇਹ ਰਕੇਸ਼ ਟਕੈਤ ਦੇ ਬਿਆਨ ਤੋਂ ਵੀ ਸਾਹਮਣੇ ਆਉਂਦੀ ਹੈ ਗੱਲ। ਔਰ ਉਹਦੇ ਬਾਰੇ ਮਤਲਬ ਸਰਕਾਰ ਦੀ ਮਜਬੂਰੀ ਕੀ ਆ? ਸਰਕਾਰ ਦੀ ਮਜਬੂਰੀ ਇਹ ਆ ਕਿ ਸਰਕਾਰ ਨੇ ਦੋ ਕਾਰਪੋਰੇਟਾਂ ਨੂੰ ਇੱਕ ਨੈਸ਼ਨਲ ਚਿਹਰੇ ਦੇ ਤੌਰ ਤੇ ਪ੍ਰੋਜੈਕਟ ਕਰਤਾ ਜੀ। ਉਹ ਹੈਗੇ ਆ ਅਬਾਨੀ ਔਰ ਅਡਾਨੀ ਜੀ। ਮਤਲਬ ਇਹ ਇੰਡੀਆ ਦੇ ਨੈਸ਼ਨਲ ਮਤਲਬ ਜਿਹੜੇ ਫੇਸ ਆ, ਨੈਸ਼ਨਲ ਫੇਸ ਆ, ਜਿਹਦੇ ਪਿੱਛੇ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇਗੀਆਂ ਜੀ, ਉਹ ਕੰਪਨੀਆਂ ਨਹੀਂ ਹਜੇ ਸਾਹਮਣੇ ਆ ਰਹੀਆਂ। ਜਿਹਦੇ ਕਰਕੇ ਤੁਸੀਂ ਕਿਸੇ ਵੀ ਬੰਦੇ ਨੂੰ ਜੇ ਪੁੱਛੋਗੇ ਕਿ ਯਾਰ ਮਤਲਬ ਕਾਰਪੋਰੇਟ ਕੀ ਹੁੰਦਾ ਤਾਂ ਉਹ ਕਹਿਣਗੇ ਮਤਲਬ ਅਡਾਨੀ ਅਬਾਨੀ ਹੁੰਦੇ ਨੇਗੇ। ਲੇਕਿਨ ਜਿਹੜਾ ਅਸਲੀ ਕਾਰਪੋਰੇਟ ਇਹਨਾਂ ਨੂੰ ਫੇਸ ਬਣਾ ਕੇ ਇਹਦੇ ਪਿੱਛੇ ਖੜਾ ਵਰਲਡ ਦਾ ਕਾਰਪੋਰੇਟ। ਔਰ ਉਹਦੇ 'ਚ ਇਹ ਆ ਕਿ ਅੱਜ ਮੈਂ ਧਰਨੇ ਦੇ ਵਿੱਚ ਵੀ ਇਹ ਗੱਲ ਮਤਲਬ ਬੋਲੀ ਆ ਕਿ $15.5 ਬਿਲੀਅਨ ਦੇ MOU ਹੋਏ ਨੇ ਇਸ ਮਸਲੇ ਦੇ ਉੱਪਰ ਜੀ।
ਸਰਕਾਰ ਨੂੰ ਇਹ ਲੱਗਦਾ ਵੀ ਜੇ ਸਾਡੇ ਕੋਲ 15.5 ਬਿਲੀਅਨ ਡਾਲਰ, ਮਿਲੀਅਨ ਨਹੀਂ ਬਿਲੀਅਨ ਡਾਲਰ ਅਗਰ ਇਨਵੈਸਟਮੈਂਟ ਹੁੰਦੀ ਹੈ ਇੰਡੀਆ ਦੇ ਵਿੱਚ, ਜਿਹੜੀਆਂ ਉਹ ਮਤਲਬ ਜਿਹੜੀਆਂ ਬਾਹਰਲੀਆਂ ਕੰਪਨੀਆਂ ਕਰ ਰਹੀਆਂ ਨੇ, ਜੇ ਤੁਸੀਂ ਸਵਾਲ ਕਰੋਗੇ ਤਾਂ ਮੈਂ ਉਹ ਕੰਪਨੀਆਂ ਦਾ ਤੁਹਾਨੂੰ ਕੌਣ ਕਿੰਨਾ ਕਰ ਰਿਹਾ ਉਹਦੀ ਡਿਟੇਲਿੰਗ ਵੀ ਦੱਸ ਸਕਦਾ ਹੁਣੀ ਹੈ ਇਸ ਟਾਈਮ ਹੀ, ਕੋਈ ਗੱਲ ਨਹੀਂ ਇਹਦੀ। ਪਰ ਮੈਂ ਮੋਟੀ ਗੱਲ ਤੁਹਾਨੂੰ ਇਹ ਦੱਸਣੀ ਚਾਹੁੰਦਾ ਕਿ ਉਹਨਾਂ ਦਾ ਜਿਹੜਾ ਉਹਨਾਂ ਨਾਲ ਜਿਹੜੇ ਇਹਨਾਂ ਨੇ MOU ਸਾਈਨ ਕਰ ਲਏ, ਉਹ MOU ਸਾਈਨ ਜਿਹੜੇ ਕਰਕੇ ਇੰਨੀ ਇਹ ਇਨਵੈਸਟਮੈਂਟ ਲਿਆ ਕੇ ਇਹਨਾਂ ਨੂੰ ਇਹ ਲੱਗਦਾ, ਕਿਉਂਕਿ ਜਿਹੜਾ ਇਹ ਵਿਕਾਸ ਦਾ ਇਹ ਮਾਡਲ ਆ ਜਿਹੜਾ ਸਾਡੇ ਚੱਲ ਰਿਹਾ, ਉਹਨੂੰ ਇਹ ਲੱਗ ਰਿਹਾ ਕਿ ਜਿੰਨੀ ਕੈਪੀਟਲ ਇਨਵੈਸਟਮੈਂਟ ਹੋਊ ਉਨੀ ਤਰੱਕੀ ਹੋਊ, ਉਨੀ GDP ਵਧੂ, ਉਹਦੇ 'ਚੋਂ ਕੁਛ ਨਾ ਕੁਛ ਟ੍ਰਿਕਲ ਡਾਊਨ ਹੋ ਕੇ ਪਬਲਿਕ ਦੇ ਆਲੇ ਪਾਸੇ ਵੀ ਜਾਊਗਾ, ਜਾਣੇ ਕੋਈ ਤੁਪਕਾ ਤਾਂ ਡਿੱਗੂਗਾ ਹੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਵੀ ਜੇ ਭੇਲੀ ਫੁੱਟੂਗੀ ਤਾਂ ਭੋਰਾ ਹੱਥਿਆ ਹੋਊਗਾ। ਮਤਲਬ ਉਹ ਚੀਜ਼ ਆ ਜਿਹੜੀ, ਉਹ ਪ੍ਰੈਸ਼ਰ ਆ ਜਿਹੜਾ ਸਰਕਾਰ ਦੇ ਉੱਪਰ, ਉਹ ਇਹਨਾਂ ਨੂੰ ਪਿੱਛੇ ਹਟਣ ਨਹੀਂ ਦੇ ਰਿਹਾ, ਜਿਹਦੇ ਕਰਕੇ ਮਤਲਬ ਸਾਨੂੰ ਇਹ ਲੱਗਦਾ। ਨਹੀਂ ਤਾਂ ਤੁਸੀਂ ਇੱਕ ਆਮ ਨਜ਼ਰ ਨਾਲ ਦੇਖੋ ਕਿ ਐਡਾ ਵੱਡਾ ਲੋਕ ਸਲਾਬ ਉੱਠ ਖੜਿਆ ਔਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਕਿਉਂਕਿ ਉਹ ਕਾਰਪੋਰੇਟ ਕਹਿ ਰਹੇ ਨੇ ਕਿ ਯਾਰ ਕੋਈ ਚੱਕਰ ਨਹੀਂ, ਸਾਨੂੰ ਲਿਆਉਣਾ ਅਸੀਂ ਜਾਂ ਪਬਲਿਕ ਨੇ ਨਹੀਂ ਲਿਆਉਣਾ। ਕਿਉਂਕਿ ਇੱਕ ਸਮਾਂ ਉਹ ਸੀ ਜਦੋਂ ਜਿਹੜੀਆਂ ਪਾਰਟੀਆਂ ਸੀ ਜਾਂ ਜਿਹੜੇ ਪੋਲੀਟੀਕਲ ਲੋਕ ਸੀ, ਉਹਨਾਂ ਨੂੰ ਇਹ ਲੱਗਦਾ ਸੀ ਵੀ ਵੋਟਾਂ ਵੇਲੇ ਮਤਲਬ ਲੋਕਾਂ ਨੂੰ ਚੱਕਮਾ ਦੇਣਾ ਮੁਸ਼ਕਲ ਹੋ ਜੂ ਜੇ ਆਪਾਂ ਇੰਨੇ ਉਹਨਾਂ ਦੇ ਵਿਰੋਧ 'ਚ ਖੜ ਗਏ। ਪਰ ਅੱਜ ਉਹਨਾਂ ਨੇ ਕਹਿਤਾ ਯਾਰ ਅਸੀਂ ਤੁਹਾਨੂੰ ਆਪਣੇ ਤਰੀਕੇ ਨਾਲ ਲੈ ਕੇ ਆਵਾਂਗੇ, ਕਿਉਂਕਿ ਜੇ ਸਾਰੀਆਂ ਤੁਸੀਂ ਵੋਟਾਂ ਦਾ ਪਿਛਲੀਆਂ ਦਾ ਨਿਚੋੜ ਕੱਢ ਦਿਓ ਤਾਂ ਕਿਸੇ ਵੀ ਸਰਕਾਰ ਨੂੰ ਅੱਜ ਤੱਕ ਜਿਹੜੀ ਸੈਂਟਰ 'ਚ ਸਰਕਾਰ ਬਣੀ ਹੈ 21% ਤੋਂ ਵੱਧ ਵੋਟ ਨਹੀਂ ਮਿਲੇ ਜੀ। ਇਹਦਾ ਮਤਲਬ ਉਹਨਾਂ ਨੂੰ 79% ਲੋਕਾਂ ਦਾ ਕੋਈ ਚੱਕਰ ਨਹੀਂ ਹੈਗਾ, ਔਰ ਉਹ 21% ਨੂੰ ਆਰਗੇਨਾਈਜ਼ ਕਰਨ ਦੇ ਉਹਨਾਂ ਕੋਲੇ ਤਰੀਕੇ ਹੈ, ਔਰ ਨਾਲ EVM ਵੀ ਹੁਣ ਅੱਜ ਕੱਲ੍ਹ ਤਾਂ ਮਤਲਬ ਹੋਰ ਜ਼ਿਆਦਾ ਸਹਾਇਤਾ ਕਰਨ ਲਈ ਆ ਗਈ। ਇਸ ਕਰਕੇ ਜਿਹੜੀਆਂ ਇਹ ਗੱਲਾਂ ਨੇਗੀਆਂ ਨਾ ਵੀ ਸਰਕਾਰ ਕਿਉਂ ਨਹੀਂ ਪਿੱਛੇ ਹਟ ਰਹੀ, ਸਰਕਾਰ ਪਿੱਛੇ ਨਾ ਹਟਣ ਦਾ ਕਾਰਨ ਹੈ ਇਹ ਆ ਮੇਰੇ ਮੁਤਾਬਕ, ਮੈਨੂੰ ਇਹ ਲੱਗਦਾ, ਕਿਉਂਕਿ ਇਹ ਚੀਜ਼ਾਂ ਨੇ ਜਿਹੜੀਆਂ ਬਹੁਤੇ ਮਤਲਬ ਲੀਡਰਸ਼ਿਪ ਵੀ ਇਹਨਾਂ ਤੇ ਸ਼ਾਇਦ ਉਹਨਾਂ ਧਿਆਨ ਨਹੀਂ ਦਿੰਦੀ, ਪਬਲਿਕ ਨੂੰ ਵੀ ਵਿਚਾਰੀ ਨੂੰ ਉਹਨਾਂ ਪਤਾ ਨਹੀਂ ਲੱਗਦਾ। ਇਹਨਾਂ ਚੀਜ਼ਾਂ ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਆ। ਜੇ ਅਸੀਂ ਇਹ ਕਰ ਲਾਂਗੇ, ਇਹ ਚੀਜ਼ਾਂ ਅਸੀਂ ਲੋਕਾਂ ਦੇ ਵਿੱਚ ਐਕਸਪਲੇਨ ਕਰੀ ਚੱਲਾਂਗੇ, ਤਾਂ ਮਤਲਬ ਪਬਲਿਕ ਮੂਵਮੈਂਟ ਆ ਜਿਹੜੀ ਉਹ ਲੰਬਾ ਸਮਾਂ ਖੜ ਸਕਦੀ ਆ। ਔਰ ਇਸ ਮੂਵਮੈਂਟ ਦੇ ਵਿੱਚੋਂ ਜ਼ਰੂਰੀ ਨਹੀਂ ਕਿ ਇਹੀ ਲੀਡਰਸ਼ਿਪ ਰਹੇ, ਕੱਲ੍ਹ ਨੂੰ ਨਵੀਂ ਲੀਡਰਸ਼ਿਪ ਵੀ ਇਮਰਜ ਹੋ ਜਾਊਗੀ ਜੀ, ਕਿਉਂਕਿ ਮਤਲਬ ਬੜੇ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ ਉਹਦੇ 'ਚ ਕੋਈ ਜਿੱਥੋਂ ਸਟਾਰਟ ਹੁੰਦਾ ਉਹ ਕੋਈ ਜ਼ਰੂਰੀ ਨਹੀਂ ਹੁੰਦਾ। ਜਿਵੇਂ ਅਸੀਂ ਆਪਣੇ ਮਾਂ-ਪਿਓ ਦੇ ਪੈਦਾ ਹੋਏ, ਕਈ ਵਾਰੀ ਸਥਿਤੀ ਇਹ ਜਾਂਦੀ ਹੈ ਕਹਿੰਦੇ ਵੀ ਗੁਰੂਆਂ ਨਾਲੋਂ ਚੇਲੇ ਵੱਧ ਜਾਂਦੇ ਨੇ, ਇਸੇ ਮੂਵਮੈਂਟ ਦੇ ਵਿੱਚੋਂ ਵੀ ਕੋਈ ਨਵੀਂ ਜਿਹੜੀ ਲੀਡਰਸ਼ਿਪ ਆ ਉਹ ਅਮਰਜ ਹੋ ਕੇ ਇਹਨੂੰ ਹੋਰ ਜ਼ਿਆਦਾ ਮਤਲਬ ਵਧੀਆ ਸੇਧ ਵੀ ਦੇ ਸਕਦੀ ਆ, ਔਰ ਉਹ ਇਹਦੀ ਸਪੋਰਟ ਵੀ ਕਰ ਸਕਦੀ ਆ, ਔਰ ਇਹ ਘੋਲ ਆ ਇਹ ਮੂਵਮੈਂਟ ਆ ਜਿਹੜੀ ਉਹ ਵਧੀਆ ਆਪਣੇ ਅੰਜਾਮ 'ਤੇ ਵੀ ਪਹੁੰਚ ਸਕਦੀ ਆ। ਮੈਨੂੰ ਤਾਂ ਇਹੀ ਲੱਗ ਰਿਹਾ। ਸੋ ਤੁਹਾਡਾ ਬਹੁਤ ਧੰਨਵਾਦ ਆ ਜੀ। ਬਾਕੀ ਆ ਜਿਹੜਾ ਤੁਸੀਂ ਦੱਸਿਆ ਵੀ ਕਿਹੜੀਆਂ ਮਤਲਬ ਕਾਰਪੋਰੇਟ ਵਰਲਡ ਹੈ ਜਿਹੜਾ ਉਹਦੇ ਮਗਰ ਕੌਣ ਹੈ, ਇਹਦੇ ਬਾਰੇ ਵੀ ਆਪਾਂ ਇੱਕ ਸਪੈਸ਼ਲ ਪ੍ਰੋਗਰਾਮ ਕਰੀਏ ਥੋੜ੍ਹੇ ਦਿਨਾਂ ਤੱਕ, ਮੇਰੀ ਮਨਸਾ ਹੈਗੀ, ਕਿਉਂਕਿ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਜ਼ਰੂਰੀ। ਅੱਜ ਆਪਣਾ ਵਿਸ਼ਾ ਕੁਛ ਹੋਰ ਸੀਗਾ, ਸੋ ਅੱਜ ਤੁਸੀਂ ਸਾਡੇ ਸਟੂਡੀਓ ਆਏ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਬਹੁਤ ਸ਼ੁਕਰੀਆ ਜੀ।